ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਤਿਆਰ ਹੋਣਾ। ਸਤਲੁਜ ਦਰਿਆ ਦੇ ਵਗਦੇ ਨੀਰ ਵਿੱਚੋਂ ਜਲ ਮੰਗਵਾ ਕੇ ਸਰਬਲੋਹ ਦੇ ਬਾਟੇ ਵਿੱਚ ਪਾਇਆ ਗਿਆ। ਪੰਜ ਪਿਆਰੇ ਸੀਸ ਭੇਟ ਦੇਣ ਵਾਲੇ ਸਾਹਮਣੇ ਹੱਥ ਜੋੜੀ ਖੜੇ ਸਨ। ਸਾਰੀ ਸੰਗਤ ਵੇਖ ਰਹੀ ਸੀ। ਇਸ ਪਾਣੀ ਨੂੰ ਗੁਰੂ ਜੀ ਚਿੜੀਆਂ ਤੋਂ ਬਾਜ ਤੇ ਗਿੱਦੜਾਂ ਤੋਂ ਸ਼ੇਰ ਬਣਾ ਦੇਣ ਵਾਲਾ ਅੰਮ੍ਰਿਤ ਆਬੇ ਹਯਾਤ ਬਣਾ ਦੇਣਗੇ। ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਉਸੇ ਤਰ੍ਹਾਂ ਜਿਵੇਂ ਸੀਸ ਭੇਟ ਕਰਨ ਦੀ ਮੰਗ ਦਾ ਪਹਿਲੇ ਕਿਸੇ ਨੂੰ ਪਤਾ ਨਹੀਂ ਸੀ, ਪਰ ਹੁਣ ਉਹਨਾਂ ਨੂੰ ਨਵੇਂ ਪੁਸ਼ਾਕ ਨਵੇਂ ਲਿਬਾਸ ਵਿੱਚ ਤੇ ਫਿਰ ਗੁਰੂ ਜੀ ਦੀ ਕਿਰਪਾ ਦੇ ਸ਼ਾਬਾਸ਼ ਦੇ ਭਾਗੀ ਬਣ ਕੇ ਸਭ ਦੇ ਸਾਹਮਣੇ ਖੜੋਤਿਆਂ ਵੇਖ ਕੇ ਬਹੁਤਿਆਂ ਦੇ ਮਨ ਪਛਤਾ ਰਹੇ ਸਨ ਕਿ ਅਸੀਂ ਕਿਉਂ ਪਿੱਛੇ ਰਹਿ ਗਏ, ਅਸੀਂ ਕਿਉਂ ਡਰ ਗਏ। ਸਾਡੇ ਮਨ ਵਿੱਚ ਇਹਨਾਂ ਵਰਗੀ ਨਿਡਰਤਾ ਤੇ ਗੁਰੂ ਜੀ ਦੇ ਹੁਕਮ ਨੂੰ ਮੰਨ ਸਕਣ ਦੀ ਸ਼ਰਧਾ ਤੇ ਦਲੇਰੀ ਕਿਉਂ ਨਾ ਆਈ। ਪਰ ਐਸੇ ਸਿੱਖਾਂ ਨੂੰ ਕੀ ਪਤਾ ਸੀ ਕਿ ਹੁਣ ਸਭਨਾਂ ਨੂੰ ਉਹੋ ਜਿਹੀ ਦਲੇਰ ਤੇ ਬਹਾਦਰ ਬਣਨ ਦਾ ਮੌਕਾ ਗੁਰੂ ਜੀ ਨੇ ਹਮੇਸ਼ਾ ਸਾਹਮਣੇ ਕਰ ਦੇਣਾ ਹੈ। ਅੰਮ੍ਰਿਤ ਛਕਾ ਕੇ ਧਰਮ ਦੀ ਛਮਾ ਤੇ ਕੁਰਬਾਨ ਹੋਣ ਲਈ ਕੁਰਬਾਨੀਆਂ ਦਾ ਜੱਗ ਹੀ ਲਗਾ ਦੇਣਾ ਹੈ। ਪਰ ਅੰਤਰਜਾਮੀ ਸਤਿਗੁਰੂ ਜੀ ਦੇ ਇਸ ਇਲਾਹੀ ਪ੍ਰੋਗਰਾਮ ਦਾ ਪਹਿਲੇ ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਕਿਵੇਂ ਪਤਾ ਲੱਗ ਸਕਦਾ ਸੀ। ਗੁਰੂ ਜੀ ਦਾ ਚਿਹਰੇ 'ਤੇ ਸੀਸ ਭੇਟ ਮੰਗ ਕਰਨ ਵੇਲੇ ਤਾਂ ਬੀਰਤਾ ਦਾ ਜਾਹੋ ਜਲਾਲ ਚਮਕਦਾ ਸੀ, ਪਰ ਇਸ ਸਮੇਂ ਉਸ ਦੇ ਨਾਲ ਖੁਸ਼ੀ ਦਾ ਨੂਰ ਵੀ ਸ਼ਾਮਿਲ ਹੋ ਗਿਆ ਸੀ। ਅੰਮ੍ਰਿਤ ਤਿਆਰ ਕਰਨ ਲੱਗੇ ਗੁਰੂ ਜੀ ਨੇ ਲਾਂਗਰੀ ਸਿੱਖ ਨੂੰ ਹੁਕਮ ਦਿੱਤਾ ਕਿ ਉਹ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਲਿਆਵੇ। ਸੋ ਝਟਾਪਟ ਦੇਗੇ ਚੜ੍ਹੇ ਤੇ ਕਈ ਮਣ ਕੜਾਹ ਪ੍ਰਸ਼ਾਦ ਤਿਆਰ ਹੋ ਕੇ ਦੀਵਾਨ ਵਿੱਚ ਲੈ ਆਂਦਾ ਗਿਆ। ਗੁਰੂ ਦੀ ਸਫੇਦ ਵਸਤਰਾਂ ਵਿੱਚ ਸ਼ੋਭਤ ਗਾਤਰੇ, ਕਿਰਪਾਨ, ਕਟਾਰ, ਮੋਢੇ ਤੇ ਤੀਰਾਂ ਦਾ ਪੱਥਾ ਤੇ ਕਮਾਨ ਤੇ ਕੰਡ ਪਿੱਛੇ ਢਾਲ ਲੱਗੀ ਤਿਆਰ ਬਰ ਤਿਆਰ ਹੋ ਕੇ ਸਿੰਘਾਸਨ ਤੋਂ ਉੱਠ ਤੇ ਬੀਰ ਆਸਨ ਹੋ ਕੇ ਖੰਡੇ ਨੂੰ ਬਾਟੇ ਵਿੱਚ ਪਏ ਜਲ ਵਿੱਚ ਫੇਰਨ ਲੱਗ ਪਏ। ਜਪਜੀ ਸਾਹਿਬ ਦਾ ਪਾਠ ਕਰਨ ਲੱਗੇ। ਗੁਰੂ ਜੀ ਪਾਠ ਕਰਦੇ ਖੰਡਾ ਫੇਰੀ ਗਏ। ਜਪਜੀ ਸਾਹਿਬ ਤੋਂ ਬਾਅਦ ਜਾਪ ਸਾਹਿਬ, ਸਵਈਏ, ਚੁਪਈ ਤੇ ਆਨੰਦ ਸਾਹਿਬ ਆਦਿ ਪੰਜਾਂ ਬਾਣੀਆਂ ਦਾ ਪਾਠ ਕਰ ਅੰਮ੍ਰਿਤ ਤਿਆਰ ਕੀਤਾ। ਸੱਚਮੁੱਚ ਹੀ ਐਸਾ ਅੰਮ੍ਰਿਤ ਤਿਆਰ ਹੋਇਆ ਜਿਸ ਨੂੰ ਹਜ਼ਾਰਾਂ ਸਾਲ ਤਪ ਕਰਨ ਵਾਲੇ ਰਿਖੀ ਮੁਨੀ ਵੀ ਪ੍ਰਾਪਤ ਨਾ ਕਰ ਸਕੇ ਤੇ ਸਿਕੰਦਰ ਆਜ਼ਮ ਇਸੇ ਅੰਮ੍ਰਿਤ ਦੀ ਭਾਲ ਕਰਦਾ ਹੀ ਕੂਚ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਾਮ ਅੰਮ੍ਰਿਤ ਦੀ ਦਾਤ ਸਭ ਬਾਂ ਵੰਡੀ ਤੇ ਦੁਖੀਆਂ ਦੇ ਦੁੱਖ ਦੂਰ ਕੀਤੇ ਤੇ ਨਾਮ ਨਾਲ ਹੀ ਜ਼ਾਲਮਾਂ ਦੇ ਹਿਰਦਿਆਂ ਵਿੱਚੋਂ ਕਠੋਰਤਾ ਤੇ ਕਸਾਈਪੁਣਾ ਦੂਰ ਕੀਤਾ। ਪਰ ਜ਼ਾਲਮਾਂ ਦੀ ਤੇ ਤਾਕਤਵਰ ਮਨੁੱਖ ਇਹੋ ਜਿਹੀਆਂ ਗੱਲਾਂ ਛੇਤੀ ਭੁੱਲ ਜਾਇਆ ਕਰਦੇ ਹਨ ਤੇ ਉਹ ਫਿਰ ਜ਼ਾਲਮ ਤੇ ਨਿਰਦਈ ਬਣ ਜਾਂਦਾ ਹੈ। ਸਿੱਖ ਇਤਿਹਾਸ ਵਿੱਚ 2 ਵਾਰ ਜ਼ਿਕਰ ਆਉਂਦਾ ਹੈ ਜਦ ਜ਼ਾਲਮ ਦੀ ਸੋਧ ਲਈ ਨਾਮ ਦੇ ਨਾਲ ਖੰਡੇ ਦੀ ਸ਼ਕਤੀ ਦੀ ਵਰਤੋਂ ਕੀਤੀ ਗਈ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਤੇਗ ਚਲਾਈ ਤੇ ਦੁਸ਼ਮਣ ਦਲਾਂ ਦੇ ਦਲ ਖਤਮ ਕਰਕੇ ਸੱਚੇ ਨਾਮ ਦੀ ਵਡਿਆਈ ਨੂੰ ਉਜਾਗਰ ਕੀਤਾ। ਪਰ ਉਹਨਾਂ ਆਪਣੇ ਪਿੱਛੋਂ ਫਿਰ ਸ਼ਾਂਤੀ ਦੀ ਹਦਾਇਤ ਕਰਕੇ ਕੁਝ ਚਿਰ ਖੰਡੇ ਦੀ ਵਰਤੋਂ ਰੋਕੀ ਸੀ। ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਖੰਡੇ ਤੇ ਨਾਮ ਦੀ ਸਾਂਝ ਪਾ ਕੇ ਐਸਾ ਅੰਮ੍ਰਿਤ ਤਿਆਰ ਕੀਤਾ ਗਿਆ ਜੋ ਸਦੀਵੀ ਕਾਇਮ ਰਹੇ ਤੇ ਇਸ ਦੇ ਪੀਣ ਵਾਲਾ ਸਦਾ ਜ਼ੁਲਮ ਦੇ ਟਾਕਰੇ ਲਈ ਤਿਆਰ ਰਹੇ। ਸੋ ਅੰਮ੍ਰਿਤ ਤਿਆਰ ਕਰਨ ਮਗਰੋਂ ਜਿਵੇਂ ਆਪ ਬੀਰ ਆਸਨ ਬੈਠ ਕੇ 5 ਬਾਣੀਆਂ ਪੜ੍ਹਦੇ ਅੰਮ੍ਰਿਤ ਤਿਆਰ ਕੀਤਾ ਸੀ, ਉਵੇਂ ਹੀ ਆਪਣੇ ਸੀਸ ਭੇਟ ਕਰਨ ਵਾਲੇ 5 ਪਿਆਰਿਆਂ ਨੂੰ ਬੈਠਣ ਦਾ ਹੁਕਮ ਦਿੱਤਾ। ਅੰਮ੍ਰਿਤ ਦੇ ਬਾਟੇ ਵਿੱਚੋਂ ਇੱਕ ਇੱਕ ਚੁਲੀ ਸਭਨਾਂ ਦੇ ਮੂੰਹ ਵਿੱਚ ਪਾਈ ਤੇ ਕਿਹਾ, ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਵੀ ਅੱਗੋਂ ਇਹੋ ਸ਼ਬਦ ਕਹੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਅੱਖਾਂ ਵਿੱਚ ਛਿੱਟੇ ਮਾਰੇ ਕਿਹਾ ਤੇ ਕਹਾਇਆ। ਫਿਰ ਕੇਸਾਂ ਵਿੱਚ ਪਾ ਕੇ ਫਤਿਹ ਬੁਲਾਈ ਤੇ ਬੋਲੀ। ਫਿਰ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ 5 ਵਾਰੀ ਉਚਾਰਨ ਕਰਵਾਇਆ ਤੇ ਕੀਤਾ। ਇਉਂ ਅੰਮ੍ਰਿਤ ਛਕਾਉਣ ਮਗਰੋਂ ਸਭਨਾਂ ਨੂੰ ਇੱਕੋ ਬਾਟੇ ਵਿੱਚ ਕੜਾਹ ਪ੍ਰਸ਼ਾਦ ਛਕਾ ਕੇ ਸਕੇ ਭਾਈ ਬਣਾ ਦਿੱਤੇ।
ਨਵੇਂ ਧਰਮ ਦੇ ਧਾਰਨੀ ਬਣਾ ਦਿੱਤਾ। ਪਿਛਲੀ ਜਾਤ ਗੋਤ ਖਤਮ ਕਰਕੇ ਸਿੰਘ ਦਾ ਜਨਮ ਗੁਰੂ ਦੇ ਘਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਜੀ ਨੂੰ ਬਣਾ ਦਿੱਤਾ। ਵਾਸੀ ਅਨੰਦਪੁਰ ਦੀ ਜਨਮ ਕੇਸਗੜ੍ਹ ਸਾਹਿਬ ਦਾ ਤੇ ਇੱਕ ਗੁਰੂ ਪਿਤਾ ਦੇ ਸਭੇ ਹੀ ਪੁੱਤਰ ਬਣਾ ਦਿੱਤੇ ਗਏ। ਇਸ ਸਮੇਂ ਕੱਛ, ਕਿਰਪਾਨ, ਕਸ, ਕੰਗਾ ਤੇ ਹੱਥ ਵਿੱਚ ਕੜਾ ਪੰਜਾਂ ਪਿਆਰਿਆਂ ਦਾ ਸੀ। ਇਸੇ ਰਹਿਤ ਨੂੰ ਪੱਕਾ ਕਰ ਦਿੱਤਾ ਗਿਆ। ਸਿੱਖ ਆਪਣੇ ਜੀਵਨ ਨਿਰਬਾਹ ਲਈ ਖੇਤੀ ਕਰੇ, ਵਣਜ ਵਪਾਰ ਕਰੇ, ਫੌਜੀ ਬਣੇ ਤੇ ਵਿਦਵਾਨੀ ਗੁਜ਼ਾਰਨ ਕਰੇ, ਪਰ ਗੁਲਾਮ ਨਾ ਬਣੇ, ਕਿਉਂਕਿ ਗੁਲਾਮ ਦਾ ਧਰਮ ਵੀ ਗੁਲਾਮ ਤੇ ਗੁਲਾਮ ਦੀ ਰਹਿਤ ਵੀ ਗੁਲਾਮ ਹੋ ਜਾਂਦੀ ਹੈ। ਮੇਰਾ ਸਿੱਖ ਕਮਾ ਕੇ ਖਾਵੇ, ਭੀਖ ਨਾ ਮੰਗੇ, ਮੰਗਤਾ ਨਾ ਬਣੇ। ਗੁਰੂ ਜੀ ਨੇ ਸਿੱਖ ਨੂੰ ਪੱਕੀ ਕੀਤੀ ਕਿ ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸ ਕਾ ਚੇਰਾ। ਮੇਰਾ ਸਿੱਖ ਸ਼ਿਕਾਰ ਖੇਡ ਕੇ ਮਾਸ ਖਾ ਲਵੇ, ਪਰ ਕੁੱਠਾ ਮੁਸਲਮਾਨੀ ਤਰੀਕੇ ਦਾ ਮਾਸ ਨਾ ਖਾਵੇ। ਤੰਬਾਕੂ ਨਾ ਵਰਤੇ, ਕੇਸਾਂ ਦੀ ਬੇਅਦਬੀ ਨਾ ਕਰੇ, ਪਰ ਨਾਰੀ ਨਾ ਭੋਗੇ। ਇਹ ਬੱਜਰ ਕੁਰੈਤਾਂ ਹਨ, ਇਹਨਾਂ ਤੋਂ ਬਚੇ। ਆਪਸ ਵਿੱਚ ਜਾਤ ਪਾਤ ਦਾ ਭੇਦ ਨਾ ਰੱਖੇ। ਸਿੰਘ ਨਾਲ ਸਿੰਘ, ਰੋਟੀ ਬੇਟੀ ਦਾ ਸੰਬੰਧ ਕਰੇ। ਮੜੀ ਮਸਾਨੀ ਨਾ ਮੰਨੇ, ਇੱਕ ਅਕਾਲ ਤੇ ਨਿਸ਼ਚਾ ਰੱਖੇ। ਧੀਰ ਮੱਲੀਆਂ, ਰਾਮ ਰਾਈਆਂ ਤੇ ਮੀਣੀਆਂ ਪ੍ਰਿਥੀ ਚੰਦੀਆਂ ਨਾਲ ਵਰਤੋਂ ਨਾ ਕਰੇ। ਪਿਛਲੇ ਸਭ ਕਰਮ ਧਰਮ ਖਤਮ ਕਰਕੇ ਬਸ ਇੱਕੋ ਸਿੱਖੀ ਦੀ ਰਹਿਤ ਦਾ ਪ੍ਰੀਤਵਾਨ ਬਣ ਜਾਏ। ਗੁਰੂ ਜੀ ਨੇ ਹੁਕਮ ਦਿੱਤਾ ਕਿ ਜਦ ਵੀ ਕਿਤੇ ਮਰਨੇ ਪਰਨੇ, ਖੁਸ਼ੀ ਗਮੀ ਜਾਂ ਹੋਰ ਕਾਰਜਾਂ 'ਤੇ ਕੜਾਹ ਪ੍ਰਸ਼ਾਦ ਵਰਤੇ ਤਾਂ ਸਭ ਤੋਂ ਪਹਿਲਾਂ ਇਹਨਾਂ ਮੇਰੇ ਪੰਜ ਪਿਆਰਿਆਂ ਦਾ ਛਾਂਦਾ ਕੱਢਿਆ ਜਾਵੇ ਤੇ ਰਹਿਤਵਾਨ ਸਿੱਖ ਨੂੰ ਦਿੱਤਾ ਜਾਵੇ। ਇਸ ਮਗਰੋਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਅੰਮ੍ਰਿਤ ਦੀ ਦਾਤ ਸਭ ਲਈ ਖੁੱਲ੍ਹ ਗਈ ਹੈ। ਗੁਰੂ ਘਰ ਵਿੱਚ ਹੁਣ ਤੋਂ ਉਹੀ ਸਿੱਖ ਪ੍ਰਵਾਨ ਹੈ ਜੋ ਅੰਮ੍ਰਿਤ ਛਕ ਕੇ ਸਿੰਘ ਸਜ ਜਾਵੇ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਪਹਿਲੇ 25, ਫਿਰ 105 ਤੇ ਇਸ ਤੋਂ ਮਗਰੋਂ ਅੰਮ੍ਰਿਤ ਛਕਣ ਵਾਲਿਆਂ ਦੀਆਂ ਕਤਾਰਾਂ ਹੀ ਲੱਗ ਗਈਆਂ। ਗੁਰੂ ਜੀ ਸਭ ਅੰਮ੍ਰਿਤ ਛਕਣ ਵਾਲਿਆਂ ਨੂੰ ਅਪਾਰ ਅਪਾਰ ਖੁਸ਼ੀਆਂ ਵੰਡੀ ਜਾ ਰਹੇ ਸਨ। ਚੜ੍ਹਦੀ ਕਲਾ ਦੀ ਰੂਹ ਫੂਕੀ ਜਾ ਰਹੇ ਸਨ ਤੇ ਇਸ ਤਰ੍ਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਇੱਕ ਵੇਰੀ ਸਾਰਾ ਅਨੰਦਪੁਰ ਹੀ ਗੂੰਜ ਉੱਠਿਆ ਤੇ ਇਹ ਗੂੰਜ ਦੂਰ ਦੂਰ ਤੱਕ ਪਹਾੜਾਂ ਤੱਕ ਗੂੰਜਣ ਲੱਗ ਪਈ। ਕੋਈ ਜਥਾ ਆਉਂਦਾ ਨਾਅਰੇ ਲਾ ਰਿਹਾ ਸੀ ਤੇ ਕੋਈ ਜਾਂਦਾ। ਗੁਰੂ ਜੀ ਨੇ ਪੰਜ ਸਿੱਖਾਂ ਦੇ ਕਈ ਜਥੇ ਭੇਜ ਕੇ ਹੋਰ ਥਾਈਂ ਵੀ ਅੰਮ੍ਰਿਤ ਛਕਣ ਦੀ ਲਹਿਰ ਚਲਾ ਦਿੱਤੀ। ਅੰਮ੍ਰਿਤਧਾਰੀ ਸਿੰਘ ਸਕੇ ਭਰਾਵਾਂ ਵੱਤ ਸਮਝਣ ਤੇ ਵੰਡ ਕੇ ਛਕਣ ਦੀ ਨਿਰਾਲੀ ਪੀਰਤ ਪਾ ਦਿੱਤੀ। ਕੋਈ ਸੇਵਾ ਹੋਵੇ ਤੇ ਹਰ ਸਿੰਘ ਨੂੰ ਚਾਉ ਚੜ੍ਹ ਜਾਏ ਕਿ ਇਹ ਮੌਕਾ ਮੈਨੂੰ ਮਿਲੇ ਤਾਂ ਮੇਰੇ ਧੰਨ ਭਾਗ ਹਨ। ਕੋਈ ਤਿਆਗ, ਬਹਾਦਰੀ ਜਾਂ ਹੋਰ ਸਿੱਖੀ ਦੇ ਨਾਮ 'ਤੇ ਕੁਰਬਾਨੀ ਦੀ ਮੰਗ ਕਰੇ ਤਾਂ ਸਭ ਨੂੰ ਚਾਉ ਚੜ੍ਹ ਜਾਂਦਾ ਕਿ ਬਸ ਮੈਂ ਹੀ ਇਸ ਕੰਮ ਲਈ ਚੁਣਿਆ ਜਾਵਾਂ। ਡਿਸਿਪਲਨ ਵਿੱਚ ਸਭ ਇੰਜ ਪਰੋਤੇ ਗਏ ਕਿ ਆਪ ਹੁਦਰਾਪਨ ਕਿਤੇ ਨਜ਼ਰ ਨਹੀਂ ਸੀ ਪੈਂਦਾ। ਗੁਰੂ ਜੀ ਦੇ ਪ੍ਰਤਾਪ ਨੇ ਐਸਾ ਪ੍ਰਭਾਵ ਪੈਦਾ ਕੀਤਾ ਕਿ ਸਭ ਨੂੰ ਗੁਰੂ ਉਪਦੇਸ਼ ਤੇ ਗੁਰੂ ਹੁਕਮ ਉੱਤੇ ਚੱਲਣ ਤੋਂ ਬਿਨਾਂ ਹੋਰ ਕੋਈ ਗੱਲ ਚੰਗੀ ਹੀ ਨਹੀਂ ਸੀ ਲੱਗਦੀ। ਸਿੰਘ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਤੇ ਨਾਲ ਹੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ। ਇਸ ਦਿਨ ਦੇ ਕੌਤਕ ਨੂੰ ਵੇਖਣ ਵਾਲੇ ਸਭ ਇਤਿਹਾਸਕਾਰਾਂ ਨੇ ਆਪੋ ਆਪਣੀ ਸਮਝ ਤੇ ਨੀਤੀ ਅਨੁਸਾਰ ਲਿਖਿਆ ਹੈ। ਔਰੰਗਜ਼ੇਬ ਦੇ ਰਿਪੋਰਟਰ ਨੇ ਜੋ ਖਬਰ ਬਾਦਸ਼ਾਹ ਨੂੰ ਭੇਜੀ ਉਸ ਵਿੱਚ ਲਿਖਿਆ ਸੀ 80,000 ਦੇ ਵੱਡੇ ਇਕੱਠ ਵਿੱਚੋਂ ਗੁਰੂ ਜੀ ਨੇ 5 ਜਾਂ ਨਿਸਾਰ ਚੁਣੇ, ਪਰ ਉਹਨਾਂ ਨੇ ਅੱਗੋਂ ਉਸੇ ਦਿਨ ਹੀ ਪਾਣੀ ਅੰਮ੍ਰਿਤ ਪਿਲਾ ਕੇ 20,000 ਨਵੇਂ ਸਿੱਖ ਨਵੇਂ ਧਰਮ ਧਾਰਨੀ ਬਣਾ ਦਿੱਤੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਅੱਜ ਤੋਂ ਤੁਹਾਡਾ ਨਵਾਂ ਧਰਮ ਹੈ, ਇੱਕੇ ਰਾਹ 'ਤੇ ਚੱਲਣ ਵਾਲਾ ਧਰਮ ਹੈ। ਸਭ ਮਤਾਂ ਤੇ ਵਿਤਕਰਿਆਂ ਨੂੰ ਮੇਟ ਦਿਓ, ਸ਼ਾਸਤਰਾਂ ਦੇ ਨੇਮ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਹੈ।
ਕੋਈ ਉੱਚਾ ਨਹੀਂ ਨਾ ਨੀਵਾਂ ਹੈ। ਸਭ ਗੁਰੂ ਕੇ ਸਿੱਖ ਇੱਕ ਜਿਹੇ ਹਨ। ਹਿੰਦੂ ਧਰਮ, ਹਿੰਦੂ ਤੀਰਥਾਂ, ਗੰਗਾ ਆਦਿ ਨੂੰ ਮੰਨਣਾ ਛੱਡ ਦਿਓ। ਰਾਮ ਕ੍ਰਿਸ਼ਨ ਬ੍ਰਹਮਣਾ ਅਤੇ ਹੋਰ ਦੇਵੀ ਦੇਵਤੇ, ਇਹਨਾਂ ਵਿੱਚੋਂ ਕਿਸੇ ਨੂੰ ਨਾ ਮੰਨੋ। ਚਹੁੰ ਵਰਨਾਂ ਨੂੰ ਅੰਮ੍ਰਿਤ ਛਕਣ ਦਾ ਹੱਕ ਹੈ ਅਤੇ ਅੰਮ੍ਰਿਤਧਾਰੀ ਜਾਤ ਪਾਤ ਨਾ ਮੰਨਣੀ। ਸਭ ਨਾਲ ਅਭੇਦ ਵਰਤਣ, ਇੱਕੇ ਥਾਂ 'ਤੇ ਇੱਕੇ ਭਾਂਡੇ ਵਿੱਚ ਖਾਣ ਪੀਣ। ਅੰਮ੍ਰਿਤ ਦੀ ਸ਼ਕਤੀ। ਗੁਰੂ ਜੀ ਦੀ ਲਹਿਰ ਦਾ ਇਹ ਅਸਰ ਹੋਇਆ ਕਿ ਕੁਝ ਦਿਨਾਂ ਅਤੇ ਮਹੀਨਿਆਂ ਕੁ ਦੇ ਸਮੇਂ ਵਿੱਚ ਹੀ ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ 80,000 ਦੇ ਲਾਗੇ ਚਾਗੇ ਜਾ। ਹੀਣੇ ਅਤੇ ਨਿਰਬਲ ਲੋਕ, ਜਿਨ੍ਹਾਂ ਨੂੰ ਉੱਚੀਆਂ ਜਾਤਾਂ ਵਾਲੇ ਟਿਕਟ ਨਹੀਂ ਸਨ ਦਿੰਦੇ, ਗਰੀਬ ਅਤੇ ਮਿਹਨਤੀ ਲੋਕ, ਜਿਹੜੇ ਹਰ ਸਮੇਂ ਹੀ ਜਾਬਰਾਂ ਦੇ ਜਬਰਨ ਵੰਗਾਰੀ ਬਣੇ ਰਹਿੰਦੇ ਸਨ, ਉਹ ਲੋਕ ਜਿਨ੍ਹਾਂ ਨੂੰ ਧਨੀਆਂ ਅਤੇ ਉੱਚੀਆਂ ਜਾਤਾਂ ਵਾਲਿਆਂ ਦੇ ਬਰੋਬਰ ਤੁਰਨ ਦਾ ਹੀਆ ਹੀ ਨਹੀਂ ਸੀ ਪੈਂਦਾ, ਇਹਨਾਂ ਨੂੰ ਤੇਗ ਵੇਖ ਕੇ ਡਰ ਆਉਂਦਾ ਸੀ ਅਤੇ ਲੜਾਈ ਦਾ ਨਾਮ ਸੁਣ ਕੇ ਹੀ ਜਿਨ੍ਹਾਂ ਦੇ ਹਵਾਸ ਗੁੰਮ ਹੋ ਜਾਂਦੇ ਸਨ, ਉਹ ਹੁਣ ਅੰਮ੍ਰਿਤ ਛਕ ਛਕ ਕੇ ਵੀਰ ਬਹਾਦਰ ਆਪਣੇ ਨਾਲ ਨਫ਼ਰਤ ਕਰਨ ਵਾਲਿਆਂ ਦੇ ਸਾਹਵੇਂ ਧੌਣਾ ਉੱਚੀਆਂ ਕਰਕੇ ਤੁਰਨ ਲੱਗੇ। ਜਿਹੜਾ ਕੋਈ ਪਿਛਲੀ ਗੇਜ ਅਨੁਸਾਰ ਕੋਈ ਗੱਲ ਕਰਦਾ ਤਾਂ ਉਸ ਨਾਲ ਉਸੇ ਵੇਲੇ ਹੀ ਤਲਵਾਰਾਂ ਕੱਢ ਕੇ ਲੜਨ ਮਰਨ ਲਈ ਤਿਆਰ ਹੋ ਜਾਂਦੇ। ਉਹਨਾਂ ਦੇ ਹੌਸਲੇ, ਦਲੇਰੀ ਅਤੇ ਇੱਕਦਮ ਹੀ ਇਸ ਤਰ੍ਹਾਂ ਬਦਲ ਜਾਣ ਦੇ ਸੁਭਾਅ ਨੂੰ ਤੱਕ ਕੇ ਜਾਬਰ ਹੈਰਾਨ ਰਹਿ ਜਾਂਦੇ ਸਨ। ਜਿੱਥੇ ਅੱਗੇ ਉਹਨਾਂ ਨੂੰ ਇਹ ਗਰੀਬ ਮੰਨਦੇ ਸਨ, ਉੱਥੇ ਹੁਣ ਉਹ ਇਹਨਾਂ ਤੋਂ ਤ੍ਰਭਕਣ ਲੱਗ ਪਏ, ਕਿਉਂਕਿ ਕਈ ਥਾਈਂ ਅੰਮ੍ਰਿਤ ਛਕਣ ਵਾਲਿਆਂ ਨੇ ਕੱਟ ਵੱਢ ਕਰਕੇ ਕਈ ਅਭਿਮਾਨੀ ਲੋਕ ਮਾਰ ਕੁੱਟ ਕੇ ਲਿਤਾੜ ਦਿੱਤੇ ਸਨ। ਸੱਚਮੁੱਚ ਹੀ ਇਹ ਚਿੜੀਆਂ ਕੋਲੋਂ ਬਾਜ਼ ਤੁੜਾ ਦੇਣ ਵਾਲੀ ਇਸ ਅੰਮ੍ਰਿਤ ਦੀ ਹੀ ਸ਼ਕਤੀ ਸੀ। ਨਾਈ, ਛੀਂਬੇ, ਮਿਹਨਤੀ ਮਜ਼ਦੂਰ, ਲੁਹਾਰ, ਤਰਖਾਣ, ਅਮੀਰਾਂ ਦੇ ਘਰਾਂ ਵਿੱਚ ਬਹੁਕਰ ਫੇਰਨ ਵਾਲੇ ਹਰੀਜਨ, ਜਿਨ੍ਹਾਂ ਨੂੰ ਕਮੀਨ ਅਤੇ ਮੂਰਖ ਕਹਿ ਕੇ ਉੱਚੀਆਂ ਜਾਤਾਂ ਵਾਲੇ ਬੁਲਾਉਂਦੇ ਅਤੇ ਮਨੁੱਖਤਾਹੀਣ ਸਲੂਕ ਕਰਦੇ ਸਨ। ਪਰ ਇਹਨਾਂ ਮਨੁੱਖਤਾਹੀਣ ਸਲੂਕ ਕਰਨ ਵਾਲਿਆਂ ਨੂੰ ਜਦ ਉਹਨਾਂ ਹੀ ਮੂਰਖਾਂ ਅਤੇ ਕਮੀਨਾਂ ਦੇ ਹੱਥ ਵਿੱਚ ਤਲਵਾਰ ਫੜੀ ਨਜ਼ਰ ਆਈ ਤਾਂ ਇਹ ਅਚਰਜ ਹੀ ਹੋਏ ਅਤੇ ਨਠੰਡਰ ਵੀ ਗਏ। ਜਿਨ੍ਹਾਂ ਦੇ ਮੂੰਹੋਂ ਕਦੇ ਨਿਰਭੈਤਾ ਵਾਲਾ ਬੋਲ ਨਿਕਲਿਆ ਹੀ ਨਹੀਂ ਸੀ, ਉਹਨਾਂ ਦੇ ਮੂੰਹੋਂ ਦਲੇਰੀ, ਸਾਹਸ ਅਤੇ ਚੜ੍ਹਦੀ ਕਲਾ ਦੇ ਬੋਲ ਸੁਣ ਕੇ ਉਹ ਡਰੇ ਵੀ ਅਤੇ ਗੁੱਸੇ ਵਿੱਚ ਵੀ ਆਏ। ਪਰ ਗੁੱਸੇ ਨਾ ਕਰਨ ਵਾਲਿਆਂ ਨੂੰ ਵੇਖ ਕੇ ਅਤੇ ਫਿਰ ਲੜਨ ਮਰਨ ਦੀ ਪਰਵਾਹ ਨਾ ਕਰਨ ਵਾਲਿਆਂ ਨੂੰ ਵੇਖ ਕੇ ਝਟਪਟ ਹੀ ਉਤਰ ਜਾਇਆ ਕਰਦਾ ਹੈ। ਸੋ ਸਿੰਘਾਂ ਦੀ ਇਸ ਅੰਮ੍ਰਿਤ ਸ਼ਕਤੀ ਨੇ ਐਸੀ ਕਾਇਆ ਕਲਪ ਕਰ ਦਿੱਤੀ ਕਿ ਜਾਬਰਾਂ ਅਤੇ ਅਭਿਮਾਨੀਆਂ ਨੂੰ ਫਿਕਰ ਪੈ ਗਿਆ ਕਿ ਇਹ ਲੋਕ ਹੁਣ ਸਾਨੂੰ ਛੱਡਣਗੇ ਨਹੀਂ। ਹਿੰਦੂਆਂ ਕੀ ਹੋਲੀ ਔਰ ਖਾਲਸੇ ਕਾ ਹੋਲਾ ਹੈ। ਹੋਲੀ ਦਾ ਤਿਉਹਾਰ ਬਹੁਤ ਪੁਰਾਣਾ ਅਤੇ ਪਵਿੱਤਰ ਹੈ, ਪਰ ਹੁੰਦਾ ਇਹ ਨਿਰਾ ਹੀ ਹਾਸ ਵਿਲਾਸ ਅਤੇ ਗੰਦਮੰਦ ਦੇ ਟੋਏ ਵਿੱਚ ਡਿੱਗ ਚੁੱਕਾ ਸੀ। ਇੱਕ ਦੂਜੇ 'ਤੇ ਗੰਦ, ਗੋਹਿਆ, ਮਿੱਟੀ ਘੱਟਾ ਪਾਉਣ ਦਾ ਰਿਵਾਜ਼ ਬਣ ਚੁੱਕਾ ਸੀ। 5-7 ਦਿਨ ਇਸ ਗੰਦਮੰਦ ਦੇ ਘੱਟੇ ਮਿੱਟੀ ਤੋਂ ਡਰਦੇ ਸਭ ਕੰਮ ਕਾਜ ਠੱਪ ਹੋ ਜਾਂਦੇ ਅਤੇ ਲੋਕ ਵਿਹਲੇ ਬਸ ਪੂਤਨੇ ਬਣਨ ਅਤੇ ਸ਼ੈਤਾਨੀਆਂ ਕਰਨ ਵਿੱਚ ਹੀ ਲੱਗ ਜਾਂਦੇ ਸਨ। ਭਗਤ ਪ੍ਰਹਿਲਾਦ ਦੀ ਪ੍ਰਭੂ ਨੇ ਹਰਨਾਕਸ਼ ਦੀ ਭੈਣ ਹੋਲਕਾ ਤੋਂ ਰਕਸ਼ਾ ਕੀਤੀ, ਪ੍ਰਹਿਲਾਦ ਨੂੰ ਬਚਾਇਆ ਅਤੇ ਪਾਪਣ ਹੋਲਕਾ ਆਪ ਹੀ ਅੱਗ ਵਿੱਚ ਸੜ ਮੋਈ ਸੀ। ਇਹ ਤਿਉਹਾਰ ਤਾਂ ਇਸ ਖੁਸ਼ੀ ਵਿੱਚ ਭਰੀ ਘਟਨਾ ਦੀ ਯਾਦ ਦਾ, ਪ੍ਰਭੂ ਦੀ ਹੋਂਦ ਨੂੰ ਚੇਤੇ ਕਰਨ ਅਤੇ ਉਸ ਦੇ ਸਿਮਰਨ ਵਿੱਚ ਜੁੜਨ ਦਾ ਸੀ। ਪਰ ਅਸਲ ਚੀਜ਼ ਲੋਕਾਂ ਨੂੰ ਭੁੱਲ ਚੁੱਕੀ ਸੀ ਅਤੇ ਨਿਰੀਆਂ ਖਰਮਸਤੀਆਂ ਰਹਿ ਗਈਆਂ ਸਨ। ਸਤਿਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਇਸ ਗੰਦਗੀ ਵਾਲੀ ਹੋਲੀ ਨੂੰ ਛੱਡ ਕੇ ਸੱਚੀ ਹੋਲੀ ਮਨਾਉਣ ਦਾ ਉਪਦੇਸ਼ ਦਿੱਤਾ ਸੀ। ਆਜ ਹਮਾਰੇ ਬਣੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਹੋਲੀ ਕਿੰਨੀ ਸੰਤ ਸੇਵਾ, ਰੰਗ ਲਾਗਾ ਅਤ ਲਾਲ ਦੇਵਾ। ਸਿੱਖਾਂ ਦੀ ਹਰ ਹਰਕਤ ਅਤੇ ਹਰ ਕਾਰਜ ਵਿੱਚ ਨਾਮ ਦੀ ਹੀ ਪ੍ਰਧਾਨਤਾ ਕਰ ਦਿੱਤੀ ਗਈ ਸੀ। ਜਿੱਥੇ ਕੀਰਤਨ ਹੋਵੇ
ਉਹੀ ਮੇਲਾ ਹੈ ਜਿੱਥੇ ਨਾਮ ਬਾਣੀ ਦਾ ਜਾਪ ਹੋਵੇ, ਉਹੀ ਸਤਸੰਗ ਤੇ ਉਹੀ ਗੁਰੂ ਕਾ ਦੀਵਾਨ ਹੈ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਚੜ੍ਹਦੀਆਂ ਕਲਾਂ ਵਾਲਾ ਤੇ ਫੌਜੀ ਢੰਗ ਨਾਲ ਬਣਾਉਣ ਦਾ ਫੈਸਲਾ ਕਰ ਦਿੱਤਾ ਸੀ। ਵੀਰ ਰਸੀ ਕਵਿਤਾਵਾਂ ਤੇ ਢਾਡੀਆਂ ਦੇ ਸਪੈਸ਼ਲ ਦਰਬਾਰ ਲਾਉਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਤੋਂ ਬਿਨਾਂ ਘੋੜ ਸਵਾਰੀ, ਤੀਰ ਅੰਦਾਜ਼ੀ, ਨੇਜਾਬਾਜੀ, ਢਾਲ ਤਲਵਾਰ ਤੇ ਕਰਤੱਬ ਤੇ ਗੱਤਕੇਬਾਜ਼ੀਆਂ ਦੇ ਅਖਾੜੇ ਲਗਵਾਉਣੇ ਆਰੰਭ ਦਿੱਤੇ ਗਏ। ਹੋਲੀ ਹਿੰਦੁਸਤਾਨ ਵਿੱਚ 7-8 ਦਿਨ ਮਨਾਈ ਜਾਂਦੀ ਸੀ ਤੇ ਫੱਗਣ ਦੀ ਪੁੰਨਿਆ ਨੂੰ ਖਤਮ ਹੁੰਦੀ ਸੀ, ਪਰ ਗੁਰੂ ਜੀ ਨੇ ਇਹ ਸਾਰਾ ਦਿਨ ਹੀ ਸ਼ਸਤਰ ਵਿੱਦਿਆ, ਰਾਗ ਵਿੱਦਿਆ, ਕਵਿਤਾਵਾਂ ਦੇ ਮੁਕਾਬਲਿਆਂ ਵਿੱਚ ਵੰਡ ਦਿੱਤੇ। ਕਈ ਲਿਖਾਰੀਆਂ ਨੇ ਇਸ ਤਿਉਹਾਰ ਨੂੰ ਅੰਮ੍ਰਿਤ ਪ੍ਰਚਾਰ ਤੋਂ ਮਗਰੋਂ ਮਨਾਉਣਾ ਆਰੰਭ ਕਰਨਾ ਲਿਖਿਆ ਹੈ ਤੇ ਕਈਆਂ ਨੇ ਪਹਿਲੇ। ਪਰ ਜਿਵੇਂ ਵੀ ਹੋਵਿਆ, ਗੁਰੂ ਜੀ ਨੇ ਹੋਲੀਆਂ ਦੇ ਖਾਤਮੇ ਭਾਵ ਪੁੰਨਿਆ ਤੋਂ ਮਗਰੋਂ ਏਕਮ ਵਾਲੇ ਦਿਨ ਹੋਲਾ ਮਹੱਲਾ ਮਨਾਉਣਾ ਦਾ ਐਲਾਨ ਕਰ ਦਿੱਤਾ। ਇਸ ਉਤਸਵ ਸਮੇਂ ਭਾਵੇਂ ਰੰਗ ਗੁਲਾਲ ਵੀ ਉੱਡਦੇ ਤੇ ਇੱਕ ਦੂਜੇ ਉੱਤੇ ਰੰਗ ਪਾਏ ਜਾਂਦੇ, ਪਰ ਘੋੜ ਚੜ੍ਹੇ ਸਿੰਘ ਜਦ ਤਲਵਾਰਾਂ, ਤੀਰਾਂ, ਨੇਜਿਆਂ ਨਾਲ ਇੱਕਦਮ ਦੁਸ਼ਮਣ 'ਤੇ ਹੱਲਾ ਕਰਨ ਵਾਂਗ ਘੋੜੇ ਦੌੜਾ ਕੇ ਜੈਕਾਰੇ 'ਤੇ ਜੈਕਾਰਾ ਜਗਾਉਂਦੇ ਨੱਠ ਉੱਠਦੇ ਤੇ ਆਪੋ ਵਿੱਚ ਹੀ ਤੀਰਾਂ ਤੇ ਨੇਜੇਬਾਜ਼ੀ ਦੇ ਕਰਤੱਬਾਂ ਵਾਲੇ ਪਿੜ ਬਣ ਲੈਂਦੇ, ਤਾਂ ਕਈ ਵਿਚਾਰੇ ਡਿੱਗ ਢਹਿ ਕੇ ਜ਼ਖਮੀ ਹੋ ਪਿੱਛੇ ਹਟ ਜਾਂਦੇ ਤੇ ਕਈ ਬਹੁਤ ਅੱਗੇ ਲੰਘ ਜਾਂਦੇ ਤੇ ਕਈ ਬਹੁਤ ਪਿੱਛੇ ਰਹਿ ਜਾਂਦੇ, ਪਰ ਹਾਰਦੇ ਨਾ। ਇਉਂ ਧਮਕ ਧੱਕੀ ਤੇ ਗੁੱਥਮ ਗੁੱਥਾ ਵੀ ਹੋ ਜਾਂਦੇ। ਇਉਂ ਇਹ ਹਾਸ ਰਸ ਤੇ ਤਿਉਹਾਰ ਨੂੰ ਗੁਰੂ ਜੀ ਨੇ ਵੀਰ ਰਸੀ ਢੰਗ ਨਾਲ ਮਨਾਉਣਾ ਸ਼ੁਰੂ ਕਰ ਦਿੱਤਾ। ਮੇਲਾਂ ਵਿੱਚ ਘੋੜ ਸਵਾਰਾਂ ਦੇ ਚੱਕਰ ਲੱਗਣੇ ਤੇ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਪਾ ਦੇਣੀ, ਇਹ ਇੱਕ ਪ੍ਰਾਪਰਟੀ ਹੀ ਚਲਾ ਦਿੱਤੀ। ਇੱਕ ਹੋਲਾ ਖਾਸ ਚੜ੍ਹਦੀਆਂ ਕਲਾਂ ਵਾਲਾ ਪ੍ਰੋਗਰਾਮ ਸ਼ੁਰੂ ਕਰਕੇ ਗੁਰੂ ਜੀ ਨੇ ਨਾਲ ਹੀ ਇਸੇ ਸਮੇਂ ਸਿੱਖਾਂ ਨੂੰ ਕੇਸਾਧਾਰੀ ਬਣਦੇ ਜਾਣ ਦੀ ਵੀ ਹਦਾਇਤ ਕਰ ਦਿੱਤੀ ਸੀ। ਪਰ ਅੰਮ੍ਰਿਤ ਛਕਾਉਣ ਮਗਰੋਂ ਹੋਲੇ ਮਹੱਲੇ ਦਾ ਤਿਉਹਾਰ ਸ੍ਰੀ ਅਨੰਦਪੁਰ ਵਿੱਚ ਮੁੱਖ ਮੇਲਾ ਬਣ ਗਿਆ। ਵਿਸਾਖੀ ਤੇ ਦੀਵਾਲੀ ਦੇ ਮੇਲੇ ਇਸ ਤੋਂ ਪਿੱਛੇ ਰਹਿ ਗਏ। ਅੱਜ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਹੀ ਸਭ ਤੋਂ ਵੱਡਾ ਮੇਲਾ ਹੈ। ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਣ ਲਈ ਕਹਿਣਾ। ਗੁਰੂ ਜੀ ਦੇ ਅੰਮ੍ਰਿਤ ਛਕਾ ਕੇ ਗਿੱਦੜਾਂ ਨੂੰ ਸ਼ੇਰ ਬਣਾ ਦੇਣ ਦੀਆਂ ਧਾਮਾਂ ਪੈ ਗਈਆਂ। ਪਹਾੜੀ ਰਾਜੇ ਠਾਕੁਰਾਂ ਦੀ ਪੂਜਾ ਕਰਨ ਵਾਲੇ ਗੁਰੂ ਜੀ ਦੇ ਇਸ ਕੌਤਕ ਤੋਂ ਭੈਭੀਤ ਹੋਏ ਤੇ ਉਹਨਾਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉੱਧਰੋਂ ਔਰੰਗਜ਼ੇਬ ਨੂੰ ਵੀ ਗੁਰੂ ਜੀ ਦੇ ਸਭ ਕਾਰਨਾਮਿਆਂ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਉਹ ਵੀ ਗੁਰੂ ਜੀ ਦੀ ਵੱਧ ਰਹੀ ਤਾਕਤ ਤੋਂ ਚਿੰਤਾਜਨਕ ਸੀ, ਪਰ ਉਹ ਦੱਖਣ ਦੀ ਮੁਹਿੰਮ ਵਿੱਚ ਫਸਿਆ ਹੋਇਆ ਬੜੀ ਦੂਰ ਬੈਠਾ ਸੀ ਤੇ ਰਿਪੋਰਟਾਂ ਉਸ ਕੋਲ ਦੇਰ ਨਾਲ ਪਹੁੰਚਦੀਆਂ ਸਨ। ਪਹਾੜੀ ਰਾਜੇ ਗੁਰੂ ਜੀ ਨਾਲ ਸਭ ਤੋਂ ਵੱਡੀ ਟੱਕਰ ਲੈ ਕੇ ਹਾਰ ਚੁੱਕੇ ਸਨ, ਪਰ ਮਗਰੋਂ ਵੀ ਬਾਦਸ਼ਾਹੀ ਸੈਨਾ ਦੀ ਮਦਦ ਨਾਲ ਉਹ ਗੁਰੂ ਜੀ ਨੂੰ ਦਬਾਉਣ ਤੇ ਦਬਕਾਉਣ ਦਾ ਯਤਨ ਕਰ ਰਹੇ ਸਨ, ਪਰ ਉਹਨਾਂ ਨੂੰ ਨਿਰਾਸਤਾ ਦਾ ਮੂੰਹ ਹੀ ਦੇਖਣਾ ਪੈ ਰਿਹਾ ਸੀ। ਸ਼ਹਿਜ਼ਾਦਾ ਮੁਅੱਜ਼ਮ ਦੇ ਹਮਲੇ ਨੇ ਪਹਾੜੀਆਂ ਨੂੰ ਹੋਰ ਢਾਹ ਲਾਈ ਤੇ ਗੁਰੂ ਘਰ ਨੂੰ ਉਸਦਾ ਵੱਡਾ ਫਾਇਦਾ ਪੁੱਜਾ ਸੀ। ਇਹਨਾਂ ਅਮਨ ਦੇ ਦਿਨਾਂ ਵਿੱਚ ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਵੱਡੇ ਪੈਮਾਨੇ 'ਤੇ ਕੀਤਾ ਤੇ ਅੰਮ੍ਰਿਤ ਛਕਾਉਣ ਦੇ ਸਮੇਂ ਤੱਕ ਸਿੱਖ ਕੌਮ ਨੂੰ ਇੱਕ ਮੁਕੰਮਲ ਤੇ ਵੱਖਰੀ ਕੌਮ ਬਣਾ ਦਿੱਤਾ ਸੀ। ਕਿਸੇ ਪਹਾੜੀ ਪਿੰਡਾਂ ਵਿੱਚੋਂ ਸਿੱਖ ਡਰਦੇ ਤੇ ਬਚਾ ਕੇ ਅਨੰਦਪੁਰ ਪਹੁੰਚਣ ਦਾ ਯਤਨ ਕਰਦੇ ਸਨ, ਪਰ ਹੁਣ ਜੈਕਾਰੇ ਛੱਡਦੇ ਤੇ ਸ਼ਬਦ ਪੜ੍ਹਦੇ ਖੁੱਲ੍ਹੇ ਡੁੱਲੇ ਨਿਡਰਤਾ ਨਾਲ ਤੁਰਨ ਫਿਰਨ ਲੱਗੇ। ਕੈਰੀ ਅੱਖ ਨਾਲ ਵੇਖਣ ਵਾਲੇ ਮੁਕਾਬਲੇ 'ਤੇ ਆਉਂਦੇ ਤਾਂ ਮਾਰ ਖਾ ਕੇ ਭੱਜ ਨੱਸ ਜਾਂਦੇ। 10-10 ਤੇ 20-20 ਦੇ ਜਥੇ 100-100 ਪਹਾੜੀ ਹਮਲਾਵਰਾਂ ਨੂੰ ਮਾਰ ਭਜਾਉਂਦੇ ਤੇ ਉਹ ਸਿੰਘਾਂ ਦੀ ਦਲੇਰੀ ਤੇ ਨਿਡਰਤਾ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ। ਪਹਾੜੀ ਰਾਜੇ ਤਾਂ ਬਾਦਸ਼ਾਹ ਦੇ ਪਿੱਠੂ 'ਤੇ ਗੁਲਾਮ ਸਨ। ਜਦ ਉਹਨਾਂ ਨੂੰ ਗੁਰੂ ਜੀ ਵਿਰੁੱਧ ਹੋਣ ਦੀ ਉੱਪਰੋਂ ਸ਼ਹਿਰ 'ਤੇ ਹੱਲਾਸ਼ੇਰੀ ਮਿਲੀ ਤਾਂ ਉਹ
ਝੱਟ ਹੀ ਗੁਰੂ ਜੀ ਦੇ ਵਿਰੁੱਧ ਜਥੇਬੰਦ ਹੋ ਕੇ ਲੜਨ ਦੀਆਂ ਤਿਆਰੀਆਂ ਕਰਨ ਲੱਗੇ। ਪਰ ਇਸ ਤੋਂ ਪਹਿਲਾਂ ਉਹ 1757 ਦੀ ਦੀਵਾਲੀ ਦੇ ਮੇਲੇ ਸਮੇਂ ਅਨੰਦਪੁਰ ਪੁੱਜੇ ਤਾਂ ਉਹ ਤੇ ਗੁਰੂ ਜੀ ਨੂੰ ਕਹਿਣ ਆਏ ਸਨ ਕਿ ਉਹਨਾਂ ਹਿੰਦੂਆਂ ਵਿਰੁੱਧ ਇਹ ਨਵਾਂ ਧਰਮ ਚਲਾ ਕੇ ਠੀਕ ਨਹੀਂ ਕੀਤਾ। ਪਰ ਅੰਤਰਜਾਮੀ ਸਤਿਗੁਰੂ ਜੀ ਨੇ ਉਹਨਾਂ ਨੂੰ ਸਗੋਂ ਇਹ ਪ੍ਰੇਰਨਾ ਦਿੱਤੀ ਕਿ ਉਹ ਅੰਮ੍ਰਿਤਧਾਰੀ ਬਣ ਕੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੰਘ ਸੱਜ ਜਾਣ। ਪਰ ਜਿਨ੍ਹਾਂ ਹਿਰਦਿਆਂ ਵਿੱਚ ਗੁਲਾਮੀ ਧੱਸੀ ਪਈ ਹੋਏ, ਜਾਬਰ ਦਾ ਛੱਪਾ ਪਿਆ ਹੋਵੇ, ਉਹ ਕਦ ਨਿਡਰਤਾ ਅਤੇ ਬਹਾਦਰੀ ਦੇ ਪਾਸੇ ਆ ਸਕਦੇ ਹਨ। ਗੁਰੂ ਜੀ ਨੇ ਹੰਡੂਰੀਏ, ਜਸਵਾਲੀਏ, ਗੁਲੇਰੀਏ, ਕਠਗੜੀਏ, ਕਟੋਚੀਏ ਆਦਿਕ ਰਾਜਿਆਂ ਨੂੰ ਜੋ ਦੀਵਾਲੀ ਸਮੇਂ ਅਨੰਦਪੁਰ ਪੁੱਜੇ, ਉਹਨਾਂ ਨੂੰ ਮੁਖਾਤਬ ਕਰਦਿਆਂ ਪਰੇ ਦੀਵਾਨ ਵਿੱਚ ਕਿਹਾ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਖਾਲਸੇ ਦੇ ਸਾਥੀ ਬਣ ਜਾਓ, ਤੁਸੀਂ ਖਾਲਸਾ ਪੰਥ ਦੇ ਸਹਾਇਕ ਬਣ ਜਾਓ। ਇਹ ਜਨੇਊ ਲਾਉਣ ਵਾਲੇ ਤੁਰਕ ਜ਼ਾਲਮਾਂ ਦਾ ਇਕੱਠੇ ਹੋ ਕੇ ਟਾਕਰਾ ਕਰੋ। ਅੱਖਾਂ ਨਾ ਮੀਟੋ, ਧਿਆਨ ਦਿਓ ਕਿ ਇਹਨਾਂ ਜਵਨਾਂ ਨੇ ਸਾਡੇ ਉੱਤੇ ਕੀ ਕੀ ਜ਼ੁਲਮ ਢਾਏ ਹਨ ਅਤੇ ਢਾਹ ਰਹੇ ਹਨ। ਤੁਸੀਂ ਗਰੀਬ ਪ੍ਰਜਾ ਤੋਂ ਰੁਪਇਆ ਇਕੱਠਾ ਕਰਕੇ ਸ਼ਾਹੀ ਕਰ, ਪਰਦੇ ਅਤੇ ਉਚੇਚੇ ਜਜ਼ੀਏ ਅਤੇ ਨਜ਼ਰਾਨੇ ਦਿੰਦੇ ਹੋ। ਤੁਹਾਡੇ ਸਾਹਮਣੇ ਹੀ ਇਹ ਲੋਕ ਹਿੰਦੂ ਲੜਕੇ ਅਤੇ ਲੜਕੀਆਂ ਜਬਰਨ ਫੜ ਲਿਜਾਂਦੇ ਹਨ, ਗੁਲਾਮ ਬਣਾ ਲੈਂਦੇ ਅਤੇ ਧਰਮ ਵੀ ਬਦਲ ਦਿੰਦੇ ਹਨ। ਉਹ ਲੜਕੇ ਲੜਕੀਆਂ ਜੋ ਰੋਂਦੇ ਕੁਰਲਾਉਂਦੇ ਕਾਬਲ ਅਤੇ ਕੰਧਾਰ ਜਬਰਨ ਮਾਰ ਕੁੱਟ ਕਰਕੇ ਲਿਆਏ ਜਾਂਦੇ ਸਨ। ਕਿ ਤੁਹਾਨੂੰ ਇਹ ਜਬਰ ਵੇਖ ਕੇ ਗੁੱਸਾ ਨਹੀਂ ਆਉਂਦਾ? ਤੁਹਾਡੀ ਅਣਖ ਨਹੀਂ ਜਾਗਦੀ? ਪਰ ਅਸੀਂ ਦੇਖਿਆ ਹੈ ਕਿ ਹਿੰਦੂ ਧਰਮ ਦੀ ਅਣਖ ਮੁਰਦਾ ਹੋ ਚੁੱਕੀ ਹੈ। ਖੱਤਰੀਪੁਣਾ ਅਤੇ ਵੀਰਤਾ ਨਾਮ ਦੀ ਹੀ ਹੈ, ਅਸਲ ਵਿੱਚ ਨਹੀਂ ਰਹਿ ਗਈ। ਇਸੇ ਲਈ ਅਸਾਂ ਉਸ ਮੁਰਦਾ ਹੋਈ ਅਣਖ 'ਤੇ ਆਨ ਨੂੰ ਟੁੰਬ ਦਿੱਤਾ ਹੈ। ਅੰਮ੍ਰਿਤ ਛਕਾ ਕੇ ਪੁਰਾਣੀ ਵੀਰਤਾ ਅਤੇ ਧਰਮ ਦੀ ਖਾਤਰ ਲੜ ਮਰਨ ਦੀ ਭਾਵਨਾ ਨੂੰ ਉਜਾਗਰ ਕਰਨ ਲਈ ਇਹ ਪ੍ਰਭੂ ਨਾਮ ਦੀ ਬਰਕਤ ਨਾਲ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਹੈ। ਸੋ ਤੁਸੀਂ ਅੰਮ੍ਰਿਤ ਛਕ ਕੇ ਪਿਛਲੇ ਕਰਮ ਧਰਮਾਂ ਨੂੰ ਛੱਡ ਕੇ ਖਾਲਸਾ ਬਣੋ ਅਤੇ ਗੁਲਾਮੀ ਦੇ ਬੰਧਨਾਂ ਨੂੰ ਕੱਟ ਕੇ ਰੱਖ ਦਿਓ। ਗੁਰੂ ਜੀ ਨੇ ਤਾਂ ਸਮਝਾਇਆ ਸੀ, ਪਰ ਉਹਨਾਂ ਦੀ ਸੁਰਤੀ ਬਹੁਤ ਹੀ ਨੀਵੀਂ ਅਤੇ ਨਿਗਰੀ ਹੋਈ ਸੀ। ਉਹ ਇੰਨੇ ਉੱਚੇ ਮੰਡਲਾਂ ਤੱਕ ਕਿਵੇਂ ਪੁੱਜਦੀ? ਉਹਨਾਂ ਕਿਹਾ, ਮਹਾਰਾਜ ਤੁਸੀਂ ਤਾਂ ਪੀਰ ਫਕੀਰ ਸੰਤ ਮਹੰਤ ਹੋ, ਨਾ ਕਿਸੇ ਦੇਸ਼ ਦੇ ਮਾਲਕ, ਨਾ ਰਾਜ ਭਾਗ, ਨਾ ਕੋਈ ਫਿਕਰ, ਨਾ ਖਿੱਚ, ਪਰ ਅਸੀਂ ਤਾਂ ਦੁਨੀਆਦਾਰ ਹਾਂ। ਤੁਹਾਡੇ ਪਿੱਛੇ ਲੱਗੇ ਤਾਂ ਜੋ ਬੜੇ ਰਾਜ ਭਾਗ ਦੇ ਮਾਲਕ ਹਾਂ, ਇਸ ਤੋਂ ਵੀ ਹੱਥ ਧੋਣ ਬੈਠਾਂਗੇ। ਸ਼ਾਹੀ ਫੌਜਾਂ ਨੇ ਸਾਨੂੰ ਛੱਡਣਾ ਹੀ ਨਹੀਂ ਹੈ। ਸੋ ਅਸੀਂ ਤੁਹਾਡੀ ਸਿੱਖਿਆ ਮੰਨ ਕੇ ਇਹ ਸੂਲਾਂ ਦਾ ਹਾਰ ਆਪਣੇ ਗਲ ਪਾਉਣ ਲਈ ਤਿਆਰ ਨਹੀਂ। ਗੁਰੂ ਜੀ ਨੇ ਬਥੇਰਾ ਸਮਝਾਇਆ, ਪਰ ਉਹ ਸਗੋਂ ਅੱਗੋਂ ਕਹਿਣ ਲੱਗੇ, ਤੁਸਾਂ ਤਾਂ ਸਗੋਂ ਕਰਮ ਧਰਮ ਹੀ ਖਤਮ ਕਰ ਦਿੱਤੇ ਹਨ, ਵਰਨਾ ਆਸ਼ਰਮਾਂ ਦੀ ਵੰਡ ਤੋੜ ਕੇ ਨਵਾਂ ਰਾਹ ਤੋਰ ਦਿੱਤਾ ਹੈ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸਾਡੇ ਵਿਰੁੱਧ ਭੜਕਾ ਦਿੱਤਾ ਹੈ। ਜਿਹੜੇ ਸਾਡੇ ਸਾਹਮਣੇ ਉੱਚੀ ਅੱਖ ਨਹੀਂ ਸੀ ਕਰਦੇ, ਉਹ ਸਾਨੂੰ ਹੁਣ ਅੱਖਾਂ ਦਿਖਾਉਣ ਲੱਗ ਪਏ ਹਨ। ਸਾਡੀ ਰਾਏ ਵਿੱਚ ਇਹ ਧਰਮ ਦੀ ਅਨੀਤੀ ਹੈ ਅਤੇ ਇਹਨਾਂ ਕਮੀ ਕਮੀਨਾਂ ਨੇ ਤੁਹਾਡਾ ਕੁਝ ਨਹੀਂ ਸੰਵਾਰਨਾ। ਆਪਣੇ ਸਿੱਖਾਂ ਵਿਰੁੱਧ ਸੁਣ ਕੇ ਗੁਰੂ ਜੀ ਨੂੰ ਜੋਸ਼ ਆ ਗਿਆ ਅਤੇ ਉਹਨਾਂ ਕਿਹਾ, ਇਹਨਾਂ ਕਮੀ ਕਮੀਨਾਂ ਨੂੰ ਮੈਂ ਸਰਦਾਰੀਆਂ ਬਖਸ਼ਾਂਗਾ ਅਤੇ ਇਹਨਾਂ ਨੂੰ ਇੰਨਾ ਬਲ ਅਤੇ ਸਾਹਸ ਪੈਦਾ ਕਰ ਦਿਆਂਗਾ। ਭੇੜੋं को मैं शेर बनाऊं, रहन के संग रंक लड़ाऊं, 1.25 लाख से एक लड़ाऊं, रंकन को मैं पोप बनाऊं, चिड़ियन से मैं बाज तुड़ाऊं, तबे गोबिंद सिंह नाम कहाऊं। ਇਸੇ ਸਾਲ ਹੀ ਗੁਰੂ ਜੀ ਰਵਾਲਸਰ ਦੇ ਮੇਲੇ 'ਤੇ ਪਹਾੜੀ ਰਾਜਿਆਂ ਨੂੰ ਆਪਣਾ ਮਨੋਰਥ ਦੱਸਣ ਲਈ ਪੁੱਜੇ। ਪਹਾੜੀ ਰਾਜੇ ਵੀ ਉੱਥੇ ਪੁੱਜੇ ਹੋਏ ਸਨ। ਗੁਰੂ ਜੀ ਨੇ ਸਭ ਦਾ ਇਕੱਠ ਕਰਕੇ ਫਿਰ ਕਿਹਾ, ਆਓ ਅਸੀਂ ਸਾਰੇ ਜਾਬਰਾਂ ਜਰਵਾਣਿਆਂ ਦੇ ਮੁਕਾਬਲੇ ਲਈ ਇਕੱਠੇ ਹੋ ਜਾਈਏ। ਜ਼ੋਰ ਜ਼ੁਲਮ ਅਤੇ ਅਨਿਆਏ ਨੂੰ ਖਤਮ ਕਰਕੇ ਧਰਮ ਅਤੇ ਆਜ਼ਾਦੀ ਵਾਲਾ ਰਾਜ ਕਾਇਮ ਕਰੀਏ। ਇਸ ਸਮੇਂ ਮੌਕਾ ਹੈ ਕਿ ਸਿੰਘ ਸੱਜ ਕੇ ਅੰਮ੍ਰਿਤ ਛਕ ਕੇ ਇੱਕ ਹੀ ਧਰਮ ਦੇ ਸਾਰੇ ਧਾਰਨੀ ਬਣ ਜਾਈਏ। ਪਰ ਪੁਰਾਣੇ ਧਰਮੀ
ਤੇ ਵਹਿਮਾਂ ਦੇ ਸੰਗਲਾਂ ਵਿੱਚ ਜਕੜੇ ਰਾਜੇ ਅੱਗੋਂ ਕਹਿਣ ਲੱਗੇ, ਅਸੀਂ ਤਾਂ ਜਿਵੇਂ ਜਿਵੇਂ ਇਸ ਮੁਸਲਮਾਨੀ ਰਾਜ ਵਿੱਚ ਆਪਣੀਆਂ ਰਿਆਸਤਾਂ ਬਣਾਈ ਬੈਠੇ ਹਾਂ, ਆਜ਼ਾਦ ਹਾਂ, ਸ਼ਾਹੀ ਘਰ ਜ਼ਰੂਰ ਤਾਰਦੇ ਹਾਂ, ਹੋਰ ਸਾਨੂੰ ਕੋਈ ਦੁੱਖ ਨਹੀਂ। ਫਿਰ ਬਾਦਸ਼ਾਹੀ ਤਾਂ ਜਿਸ ਨੂੰ ਪ੍ਰਭੂ ਦੇਵੇ ਉਹੀ ਕਰਦਾ ਹੈ, ਅਸੀਂ ਇਸ ਵਿੱਚ ਦਖਲ ਕਿਉਂ ਦਈਏ? ਨਾਲੇ ਤੁਸੀਂ ਤਾਂ ਸਾਡੇ ਧਰਮ ਨੂੰ ਖ਼ਤਮ ਕਰੀ ਜਾ ਰਹੇ ਹੋ, ਮੂਰਤੀ ਪੂਜਾ ਤੋਂ ਸਿੱਖਾਂ ਨੂੰ ਵਰਜ ਰਹੇ ਹੋ, ਤੁਸੀਂ ਜਾਤਾਂ ਵਰਨ ਦੇ ਪੁਰਾਤਨ ਰਿਵਾਜ ਨੂੰ ਖ਼ਤਮ ਕਰ ਰਹੇ ਹੋ, ਨੀਵੀਂ ਕਮੀ ਕਮੀਨਾਂ ਨੂੰ ਸਾਡੇ ਬਰਾਬਰ ਕਰੀ ਜਾ ਰਹੇ ਹੋ। ਇਹ ਕਿਵੇਂ ਹੋ ਸਕਦਾ ਹੈ? ਅਸੀਂ ਉਹਨਾਂ ਨਾਲ ਰਲ ਕੇ ਉਹਨਾਂ ਦੀ ਜੂਠ ਕਿਵੇਂ ਖਾ ਸਕਦੇ ਹਾਂ? ਫਿਰ ਮੁਗਲ ਬਾਦਸ਼ਾਹਾਂ ਨਾਲ ਮੱਥਾ ਲਵਾ ਕੇ, ਹੇ ਗੁਰੂ ਜੀ, ਸਾਨੂੰ ਖ਼ਤਮ ਕਰਾਉਣ ਤੇ ਮੁਫਤ ਦੀ ਬਿਪਤਾ ਵਿੱਚ ਫਸਣ ਦੀਆਂ ਸਲਾਹਾਂ ਕਿਉਂ ਦੇ ਰਹੇ ਹੋ? ਇਸ ਸਮੇਂ ਮੁਗਲਾਂ ਨਾਲ ਲੜਨਾ ਭੇਡਾਂ ਬੱਕਰੀਆਂ ਦਾ ਸ਼ੇਰਾਂ 'ਤੇ ਹਮਲਾ ਕਰਨ ਵਾਲੀ ਗੱਲ ਹੈ। ਗੁਰੂ ਜੀ ਤਾਂ ਅੱਗੇ ਹੀ ਸਮਝਦੇ ਸਨ ਕਿ ਇਹ ਪਿੰਜਰੇ ਵਿੱਚ ਪਏ ਤੋਤੇ ਵਾਂਗ, ਪਿੰਜਰੇ ਵਿੱਚ ਭਾਵ ਤੁਰਕਾਂ ਦੀ ਗੁਲਾਮੀ ਵਿੱਚ ਰਹਿ ਕੇ ਹੀ ਆਪਣੀ ਸੁਰੱਖਿਅਤਾ ਸਮਝਦੇ ਹਨ। ਇਹ ਪੰਡਤਾਂ ਬ੍ਰਾਹਮਣਾਂ ਦੇ ਪਾਏ ਊਚ ਨੀਚ ਦੇ ਵਿਤਕਰਿਆਂ ਦੇ ਭਰਮਾਂ ਵਿੱਚੋਂ ਵੀ ਨਹੀਂ ਨਿਕਲ ਸਕਦੇ। ਇਹਨਾਂ ਦੇ ਮਨ ਮੁਰਦਾ ਹੋ ਚੁੱਕੇ ਹਨ, ਇਹਨਾਂ ਦੀ ਅਣਖ ਤੇ ਆਨ ਦੇ ਮੱਚ ਮਰ ਚੁੱਕੇ ਹਨ। ਇਹਨਾਂ ਨੂੰ ਪ੍ਰਭੂ ਦੀ ਸਰਬ ਕਲਾ ਤੇ ਸ਼ਕਤੀ ਸੰਪੰਨਤਾ ਉੱਤੇ ਭਰੋਸਾ ਨਹੀਂ ਹੈ, ਸੋ ਉਹ ਉੱਥੋਂ ਪਰਤ ਆਏ, ਪਰ ਊਚ ਨੀਚ ਦੇ ਭਰਮਾਂ ਵਾਲੇ ਇੱਕ ਕਿਸਮ ਦੇ ਰੁੱਸ ਹੀ ਗਏ। ਭਾਈ ਜੋਗਾ ਸਿੰਘ ਦੀ ਰਾਖੀ ਕਰਨੀ। ਪਿਸ਼ਾਵਰ ਦੀ ਸੰਗਤ ਦੇ ਨਾਲ ਜੋਗਾ ਬਾਲਕ ਅੰਮ੍ਰਿਤ ਛਕਾਉਣ ਦੀ ਵਿਸਾਖੀ ਤੋਂ 3-4 ਵਿਸਾਖੀਆਂ ਪਹਿਲੇ ਪੁੱਜਾ ਸੀ। ਕੌਤਕੀ ਗੁਰੂ ਜੀ ਨੇ ਇਸ ਬਾਲਕ ਦੇ ਕਹਿਣ 'ਤੇ ਕਿ ਮੇਰਾ ਨਾਮ ਜੋਗਾ ਹੈ, ਗੁਰੂ ਜੀ ਨੇ ਪੁੱਛਿਆ, ਕਿਸ ਜੋਗਾ? ਤਾਂ ਜੋਗੇ ਬਾਲਕ ਦੇ ਮੂੰਹੋਂ ਨਿਕਲਿਆ, ਜੀ ਤੁਹਾਡੇ ਜੋਗਾ। ਇਹ ਉੱਤਰ ਸੁਣ ਕੇ ਗੁਰੂ ਜੀ ਮੁਸਕਰਾ ਪਏ ਤੇ ਕਿਹਾ, ਚੰਗਾ ਜੋਗਿਆ, ਜੇ ਤੂੰ ਸਾਡੇ ਜੋਗਾ ਹੈ ਤਾਂ ਅਸੀਂ ਤੇਰੇ ਜੋਗੇ ਹਾਂ। ਕਿੱਡੀ ਵੱਡੀ ਬਖਸ਼ਿਸ਼ ਜੋਗੇ ਬਾਲਕ ਨੇ ਪ੍ਰਾਪਤ ਕਰ ਲਈ। ਉਹ ਬਖਸ਼ਿਸ਼ ਜੋ ਵੱਡੇ ਵੱਡੇ ਤਪ ਸਾਧਿਆਂ ਵੀ ਸ਼ਾਇਦ ਹੀ ਪ੍ਰਾਪਤ ਹੋ ਸਕੇ। ਸੰਗਤ ਮੁੜੀ ਤਾਂ ਇਸ ਬਾਲਕ ਨਾਲ ਗੁਰੂ ਜੀ ਦਾ ਪ੍ਰੇਮ ਦੇਖ ਕੇ ਇਸ ਦੇ ਮਾਤਾ ਪਿਤਾ ਇਸ ਨੂੰ ਗੁਰੂ ਜੀ ਕੋਲ ਅਨੰਦਪੁਰੀ ਛੱਡ ਗਏ। ਜੋਗਾ ਅੰਮ੍ਰਿਤ ਛਕ ਕੇ ਜੋਗਾ ਸਿੰਘ ਬਣ ਗਿਆ। 4-5 ਸਾਲ ਇਸ ਨੂੰ ਮਾਪਿਆਂ ਤੋਂ ਵਿਛੜ ਕੇ ਸੱਚੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦਿਆਂ ਹੋ ਗਏ ਸਨ ਤੇ ਹੁਣ 20-22 ਸਾਲ ਦਾ ਜਵਾਨ ਹੋ ਚੁੱਕਾ ਸੀ। ਮਾਤਾ ਪਿਤਾ ਨੇ ਪਿਸ਼ਾਵਰ ਤੋਂ ਗੁਰੂ ਜੀ ਕੋਲ ਪੱਤਰਕਾ ਘੱਲੀ ਕਿ ਜੋਗਾ ਸਿੰਘ ਨੂੰ ਘੱਲ ਦਿਓ, ਇਸ ਦਾ ਵਿਆਹ ਕਰਨਾ ਹੈ, ਵਿਆਹ ਕਰਵਾ ਕੇ ਫਿਰ ਤੁਹਾਡੇ ਪਾਸ ਆ ਜਾਏਗਾ। ਗੁਰੂ ਜੀ ਨੇ ਝੱਟ ਹੀ ਜੋਗਾ ਸਿੰਘ ਨੂੰ ਜਾਣ ਦੀ ਆਗਿਆ ਦੇ ਦਿੱਤੀ। ਜੋਗਾ ਸਿੰਘ ਅਨੰਦਪੁਰ ਵਿੱਚ ਰਹਿ ਕੇ ਸਿੱਖੀ ਦੀ ਕਮਾਈ ਤੇ ਗੁਰੂ ਆਗਿਆ ਪਾਲਣ ਵਿੱਚ ਕੋਈ ਕਸਰ ਨਾ ਰੱਖਦਾ ਰਿਹਾ ਤੇ ਹੁਣ ਗੁਰੂ ਜੀ ਦੀ ਆਗਿਆ ਮੰਨ ਕੇ ਜਾਣ ਲੱਗਾ ਤਾਂ ਗੁਰੂ ਜੀ ਨੇ ਕਿਹਾ, ਭਾਈ ਜੋਗਾ ਸਿੰਘ, ਛੇਤੀ ਪਰਤੀ ਤੇ ਜਦੋਂ ਵੀ ਸਾਡਾ ਸੁਨੇਹਾ ਪੁੱਜੇ ਮੁੜ ਆਵੀਂ, ਕਿਤੇ ਮੋਹ ਵਿੱਚ ਨਾ ਫਸ ਜਾਈਂ। ਤੂੰ ਕਿਹਾ ਸੀ ਗੁਰੂ ਜੋਗਾ ਤੇ ਅਸਾਂ ਤੈਨੂੰ ਕਿਹਾ ਸੀ ਗੁਰੂ ਤੇਰੇ ਜੋਗਾ, ਸੋ ਇਸ ਕੋਲ ਬਚਨ ਨੂੰ ਚੇਤੇ ਰੱਖੀਂ। ਭਾਈ ਜੋਗਾ ਸਿੰਘ ਨੇ ਸਤ ਬਚਨ ਕਹਿ ਕੇ ਸਿਰ ਨਿਵਾਇਆ ਤੇ ਤੁਰ ਗਿਆ। ਪੇਸ਼ਾਵਰ ਪੁੱਜਣ 'ਤੇ ਮਾਪਿਆਂ ਨੇ ਵਿਆਹ ਕਾਰਜ ਦੀ ਤਿਆਰੀ ਕੀਤੀ, ਪਰ ਸੱਚੇ ਗੁਰੂ ਪਿਤਾ ਨੇ ਆਪਣੇ ਬਚਨ ਨੂੰ ਪਾਲਣ ਲਈ ਕਿ ਗੁਰੂ ਤੇਰੇ ਜੋਗਾ ਮਗਰ ਮਗਰ ਹੀ ਇੱਕ ਸਿੱਖ ਨੂੰ ਇੱਕ ਚਿੱਠੀ ਦੇ ਕੇ ਤੋਰ ਦਿੱਤਾ। ਸਿੱਖ ਨੂੰ ਕਿਹਾ, ਇਹ ਚਿੱਠੀ ਉਸ ਸਮੇਂ ਜੋਗਾ ਸਿੰਘ ਨੂੰ ਦੇਈਂ ਜਦ ਉਹ 2 ਲਾਵਾਂ ਲੈ ਲਵੇ ਤੇ ਤੀਜੀ ਸ਼ੁਰੂ ਕਰਨ ਤੋਂ ਪਹਿਲੇ। ਸਿੱਖ ਚਿੱਠੀ ਲੈ ਕੇ ਤੁਰ ਗਿਆ। ਚਿੱਠੀ ਵਿੱਚ ਲਿਖਿਆ ਸੀ, ਭਾਈ ਜੋਗਾ ਸਿੰਘ, ਜਿੱਥੇ ਵੀ ਹੈ ਉੱਥੋਂ ਹੀ ਸਭ ਕੰਮ ਛੱਡ ਕੇ ਸਾਡੇ ਵੱਲ ਤੁਰ ਪਾਓ। ਇਹ ਸਾਡੀ ਆਗਿਆ ਹੈ, ਇਸ ਦਾ ਉਲੰਘਣ ਨਹੀਂ ਕਰਨਾ। ਚਿੱਠੀ ਲੈ ਕੇ ਸਿੱਖ ਪੇਸ਼ਾਵਰ ਜਾ ਪੁੱਜਾ। ਉਹ ਜੋਗਾ ਸਿੰਘ ਕੋਲ ਠੀਕ ਸਮੇਂ ਆਣ ਪੁੱਜਾ। ਜਦ ਉਹ ਲਾਵਾਂ ਲੈਣ ਲੱਗਾ ਸੀ, 2 ਲਾਵਾਂ ਲਈਆਂ ਤਾਂ ਸਿੱਖ ਨੇ ਅੱਗੇ ਹੋ ਕੇ ਕਿਹਾ, ਮੈਂ ਅਨੰਦਪੁਰੋਂ ਆਇਆ ਹਾਂ, ਗੁਰੂ ਜੀ ਨੇ ਤੁਹਾਡੇ ਵੱਲ ਚਿੱਠੀ ਦੇ ਕੇ ਭੇਜਿਆ ਹੈ। ਜੋਗਾ ਸਿੰਘ ਉਸ ਸਮੇਂ ਤੀਜੀ ਲਾਮ ਲੈਣ ਲਈ ਖੜ੍ਹਾ ਹੋਇਆ ਸੀ,
ਪਰ ਹੁਣ ਗੁਰੂ ਜੀ ਦੀ ਚਿੱਠੀ ਫੜ ਕੇ ਪਹਿਲੇ ਉਸਨੇ ਸਿਰ ਮੱਥੇ 'ਤੇ ਲਾਇਆ ਅਤੇ ਫਿਰ ਖੋਲ੍ਹ ਕੇ ਪੜ੍ਹੀ ਤਾਂ ਪੜ੍ਹ ਕੇ ਤੀਜੀ ਲਾਮ ਨੂੰ ਵਿੱਚੇ ਛੱਡ ਕੇ ਉੱਥੋਂ ਹੀ ਅਨੰਦਪੁਰ ਜਾਣ ਲਈ ਤਿਆਰ ਹੋ ਗਿਆ। ਰਿਸ਼ਤੇਦਾਰਾਂ ਨੇ ਬੜਾ ਸਮਝਾਇਆ, ਮਾਤਾ ਪਿਤਾ ਨੇ ਵੀ ਸਮਝਾਇਆ, ਪਰ ਉਹ ਸਭ ਤੋਂ ਉੱਤੇ ਗੁਰੂ ਦੇ ਹੁਕਮ ਨੂੰ ਮੰਨਦਾ ਸੀ। ਕਹਿਣ ਲੱਗਾ, ਲਾਵਾਂ ਅਤੇ ਵਿਆਹ ਪਿੱਛੋਂ ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ। ਗੁਰੂ ਦੇ ਹੁਕਮ ਉੱਤੇ ਅਸੀਂ ਸਿਰ ਦੇਣੇ ਹਨ, ਜਾਨਾਂ ਅਤੇ ਸਭ ਸੁੱਖ ਕੁਰਬਾਨ ਕਰ ਦੇਣੇ ਹਨ। ਤਾਂ ਇਹ ਲਾਵਾਂ ਅਤੇ ਵਿਆਹ ਕੀ ਚੀਜ਼ ਹੈ? ਇਹ ਫਿਰ ਹੋ ਜਾਣਗੇ, ਜਾਂ 2 ਨੂੰ ਹੀ 4 ਸਮਝ ਲਵੋ, ਬਾਕੀ 2 ਮੇਰੇ ਪੱਲੇ ਨਾਲ ਹੀ ਦੇ ਦਿਓ, ਪਰ ਮੈਂ ਨਹੀਂ ਠਹਿਰ ਸਕਦਾ। ਇਹ ਆਖ ਕੇ ਭਾਈ ਜੋਗਾ ਸਿੰਘ ਉਸੇ ਵੇਲੇ ਤੁਰ ਪਿਆ ਅਤੇ ਲਾਵਾਂ ਵਿੱਚ ਹੀ ਛੱਡ ਦਿੱਤੀਆਂ। ਜੋਗਾ ਸਿੰਘ ਲਾਵਾਂ ਵਿੱਚੇ ਛੱਡ ਕੇ ਗੁਰੂ ਆਗਿਆ ਮੰਨਣ ਦੀ ਮਿਸਾਲ ਤਾਂ ਕਾਇਮ ਕਰ ਆਇਆ, ਪਰ ਰਸਤੇ ਵਿੱਚ ਉਸ ਦੇ ਮਨ ਨੂੰ ਹਉਮੈ ਅਤੇ ਇਸ ਗੱਲ 'ਤੇ ਮਾਨ ਨੇ ਘੇਰ ਲਿਆ ਕਿ ਮੇਰੇ ਵਰਗਾ ਵੀ ਕੋਈ ਸਿੱਖ ਹੋਵੇਗਾ ਜੋ ਗੁਰੂ ਦੇ ਹੁਕਮ ਦੀ ਪਾਲਣਾ ਮੇਰੇ ਵਾਂਗ ਕਰ ਸਕੇ, ਭਾਵ ਨਹੀਂ ਕਰ ਸਕਦਾ। ਗੁਰੂ ਜੀ ਦਾ ਫੁਰਮਾਨ ਹੈ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੇ ਕੋ ਖਾਏ। ਇਸ ਮਾਨ ਨੇ ਭਾਈ ਜੋਗਾ ਸਿੰਘ ਦੇ ਹਿਰਦੇ ਅੰਦਰ ਆ ਕੇ ਵੀ ਉਹੀ ਹਾਲਤ ਪੈਦਾ ਕਰ ਦਿੱਤੀ, ਪਰ ਦੂਜੇ ਬੰਨੇ ਪੂਰਾ ਗੁਰੂ ਵੀ ਬਚਨਬੱਧ ਸੀ। ਅੰਤਰਜਾਮੀ ਸਤਿਗੁਰੂ ਜੀ ਦੀ ਆਪਣੀ ਹੀ ਤਾਂ ਭਾਈ ਇਹ ਪਰਖ ਸੀ। ਸਿੱਖ ਨੂੰ ਮਗਰੇ ਮਗਰ ਇਹੋ ਜਿਹਾ ਔਖਾ ਹੁਕਮ ਲਿਖ ਕੇ ਤੋਰ ਦਿੱਤਾ ਸੀ, ਅਤੇ ਹੁਣ ਜਦ ਇਸ ਔਖੇ ਹੁਕਮ ਨੂੰ ਮੰਨ ਲੈਣ ਦਾ ਅਭਿਮਾਨ ਸਿੱਖ ਦੇ ਹਿਰਦੇ ਵਿੱਚ ਆਇਆ ਤਾਂ ਸਤਿਗੁਰੂ ਜੀ ਸਿੱਖ ਦੇ ਅੰਗ ਸੰਗ ਹੋ ਕੇ ਇਹ ਸਭ ਕੁਝ ਦੇਖਣ ਲੱਗ ਪਏ। ਭਾਈ ਜੋਗਾ ਸਿੰਘ ਇਸੇ ਗੱਲ ਦਾ ਗੌਰਵ ਅਤੇ ਅਭਿਮਾਨ ਵਿੱਚ ਤੁਰਿਆ ਆਉਂਦਾ ਹੁਸ਼ਿਆਰਪੁਰ ਆ ਪੁੱਜਾ। ਇੱਥੇ ਪੁੱਜਣ 'ਤੇ ਹਨੇਰਾ ਹੋ ਚੁੱਕਾ ਸੀ। ਭਾਈ ਜੋਗਾ ਸਿੰਘ ਵੀ ਖਾਣ ਪਾਣ ਕਰਕੇ ਹੁਸ਼ਿਆਰਪੁਰ ਦੇ ਬਾਜ਼ਾਰਾਂ ਵਿੱਚ ਰੌਣਕ ਮੇਲਾ ਦੇਖਣ ਲਈ ਤੁਰ ਪਏ। ਅੱਗੇ ਆਏ ਤਾਂ ਇੱਕ ਚੁਬਾਰੇ ਵਿੱਚ ਵੇਸਵਾ ਹਾਰ ਸ਼ਿੰਗਾਰ ਲਾਈ ਬੈਠੀ ਵੇਖੀ ਤਾਂ ਮਨ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵੱਲ ਦੌੜ ਗਿਆ ਅਤੇ ਚੇਤੇ ਹੀ ਭੁੱਲ ਗਿਆ ਕਿ ਉਹ ਕਿੱਧਰੋਂ ਆਇਆ ਅਤੇ ਕਿੱਧਰ ਜਾ ਰਿਹਾ ਹੈ। ਬਾਵਰੀ ਜਵਾਨੀ ਨੇ ਸਭ ਕੁਝ ਭੁਲਾ ਦਿੱਤਾ। ਭਾਈ ਜੋਗਾ ਸਿੰਘ ਵੇਸਵਾ ਦੇ ਚੁਬਾਰੇ ਦੀਆਂ ਪੌੜੀਆਂ ਵੱਲ ਵੇਖਿਆ ਤਾਂ ਉੱਥੇ ਪਹਿਰੇਦਾਰ ਖੜ੍ਹਾ ਦੇਖ ਕੇ ਸਮਝਿਆ ਕਿ ਅੱਗੇ ਕੋਈ ਗਿਆ ਹੋਇਆ ਹੈ, ਉੱਥੇ ਆ ਲਵੇ ਫਿਰ ਜਾਵਾਂਗਾ। ਰਾਤ ਚੰਗੀ ਹੋ ਗਈ, ਬਾਜ਼ਾਰ ਬੰਦ ਹੋ ਗਏ। ਭਾਈ ਜੋਗਾ ਸਿੰਘ ਕਾਮ ਵਾਸਨਾ ਦਾ ਕਿਰਿਆ ਫਿਰ ਆ ਗਿਆ ਤਾਂ ਉਸ ਡਿੱਠਾ ਕਿ ਪਹਿਰੇਦਾਰ ਅਜੇ ਵੀ ਪੌੜੀਆਂ ਦੇ ਬੂਹੇ ਅੱਗੇ ਖੜ੍ਹਾ ਹੋਇਆ ਹੈ। ਫਿਰ ਮੁੜ ਆਇਆ। ਇਹੋ ਜਿਹੀ ਹਾਲਤ ਹੋ ਗਈ ਕਿ ਨੀਂਦ ਵੀ ਨਹੀਂ ਸੀ ਆਉਂਦੀ, ਅਤੇ ਜਦੋਂ ਦਾ ਵੇਸਵਾ ਨੂੰ ਵੇਖਿਆ ਬਸ ਕੋਠੇ 'ਤੇ ਲਿਵ ਲੱਗ ਗਈ। ਫਿਰ ਗਿਆ, ਫਿਰ ਗਿਆ, ਫਿਰ ਗਿਆ ਅਤੇ ਚੌਥੀ ਵਾਰੀ ਹੁਣ ਫਿਰ ਗਿਆ। ਇਸ ਸਮੇਂ ਭਾਵੇਂ ਅੰਮ੍ਰਿਤ ਵੇਲਾ ਨਹੀਂ ਸੀ ਹੋਇਆ, ਪਰ ਹੋਣ ਵਾਲਾ ਸੀ। ਹੁਣ ਤਾਂ ਬਿਲਕੁਲ ਹੀ ਪੌੜੀਆਂ ਦੇ ਲਾਗੇ ਚਲਾ ਗਿਆ ਕਿ ਵੇਖਾਂ ਤਾਂ ਸਹੀ ਕਿ ਇਹ ਪਹਿਰੇਦਾਰ ਇੱਥੋਂ ਜਾਂਦਾ ਕਿਉਂ ਨਹੀਂ। ਪਰ ਜਿਉਂ ਹੀ ਇਸ ਵਾਰ ਉਹ ਪੌੜੀਆਂ ਦੇ ਬਹੁਤਾ ਨੇੜੇ ਹੋਇਆ, ਅੱਗੋਂ ਪਹਿਰੇਦਾਰ ਦੇ ਹੱਥ ਵਿੱਚ ਖੜਕ ਦੇਖੀ, ਚਿੱਟੇ ਬਸਤਰ ਦੇਖੇ, ਨਾਲ ਹੀ ਉਸ ਦੇ ਚਿਹਰੇ ਉੱਤੇ ਵੱਟ ਅਤੇ ਘੂਰੀ ਸੀ। ਉਸ ਨੇ ਆਵਾਜ਼ ਦਿੱਤੀ, ਓਏ ਜਾਪਦਾ ਇਹ ਕੋਈ ਸਿੰਘ ਏ, ਪਰ ਤੇਰੀ ਬੁੱਧ ਕਿਉਂ ਮਾਰੀ ਗਈ? ਕੁਝ ਸੋਚ ਤਾਂ ਸਹੀ, ਕਿੱਧਰ ਤੁਰੀ ਆਉਣਾ ਏ? ਇਸ਼ਨਾਨ ਕਰਨ ਦਾ ਵੇਲਾ ਹੋਣ ਵਾਲਾ ਹੈ, ਜਾ ਇਸ਼ਨਾਨ ਕਰ। ਅਨੰਦਪੁਰੀ ਗੁਰੂ ਦਾ ਸਿੰਘ ਹੋ ਕੇ ਮਨ ਨੂੰ ਮਲੀਨ ਕੀਤਾ ਈ। ਕੁਝ ਹੋਸ਼ ਕਰ, ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਤੂੰ ਆਪਣਾ ਅਸਲੀ ਕੰਮ ਕਿਉਂ ਭੁੱਲ ਗਿਆ ਏਂ? ਇਹ ਆਵਾਜ਼ ਅਤੇ ਨਿਰਭੈ ਬੋਲਾਂ ਨੂੰ ਸੁਣ ਕੇ ਭਾਈ ਜੋਗਾ ਸਿੰਘ ਦੇ ਹੋਸ਼ ਹਵਾਸ ਐਉਂ ਪਰਤੇ ਜਿਵੇਂ ਕਿਸੇ ਦੀ ਗਾੜੀ ਨੀਂਦ ਵਿੱਚੋਂ ਜਾਗ ਖੁੱਲ੍ਹ ਜਾਂਦੀ ਹੈ। ਉਹ ਮਨ ਨੂੰ ਲਾਹਨਤਾਂ ਦੇ ਫਿਟਕਾਰਾਂ ਪਾਉਂਦਾ ਉਸ ਵੇਲੇ ਪਿਛਾਂਹ ਡੇਰੇ ਵੱਲ ਪਰਤਿਆ, ਪਰ ਆਪਣੇ ਇਸ ਕਰਮ ਦਾ ਖਿਆਲ ਕਰ ਉਹ ਤਰੇਲੀਓਂ ਤਰੇਲੀ ਹੁੰਦਾ ਜਾ ਰਿਹਾ ਸੀ। ਉਸ ਦਾ ਅਭਿਮਾਨ ਅਤੇ ਹਉਮੈ ਨੱਠ ਗਏ, ਪਰ ਉਸ ਦਾ ਅੰਸ਼ ਬਾਕੀ ਰਹਿ ਗਿਆ। ਜੋਗਾ ਸਿੰਘ ਇਹ ਸੋਚਣ ਲੱਗ ਪਿਆ, ਭਲੇ ਬੱਚੇ ਅਨੰਦਪੁਰ ਵਿੱਚ ਤਾਂ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣਾ। ਇਹ ਸੋਚਾਂ ਵਿਚਾਰਦਾ ਸੌਂ ਗਿਆ ਅਤੇ ਉਸ ਦਾ ਅੰਮ੍ਰਿਤ ਵੇਲੇ ਜਾਗਣ ਦਾ ਨੇਮ ਖੁੱਸ ਗਿਆ।
ਬਾਣੀ ਦਾ ਪਾਠ ਨਿਤਨੇਮ। ਹੁਣ ਉਹ ਦਿਨ ਚੜ੍ਹੇ ਤੇ ਅਨੰਦਪੁਰ ਸਾਹਿਬ ਵੱਲ ਤੁਰਦਾ ਜਾ ਰਿਹਾ ਸੀ। ਭਾਈ ਜੋਗਾ ਸਿੰਘ ਦਾ ਅਨੰਦਪੁਰ ਪੁੱਜਣਾ। ਹੁਸ਼ਿਆਰਪੁਰੋਂ ਅਨੰਦਪੁਰ 27 ਕੁ ਮੀਲ ਦੀ ਵਿੱਥ 'ਤੇ ਸੀ। ਭਾਈ ਜੋਗਾ ਸਿੰਘ ਘੋੜ ਅਸਵਾਰ ਸੀ। ਭਾਵੇਂ ਬੜੀ ਤੇਜ਼ੀ ਨਾਲ ਆਇਆ, ਪਰ ਫਿਰ ਵੀ ਮਸਾਂ ਦੁਪਹਿਰ ਪੁੱਜਿਆ। ਅੱਗੇ ਸਿੱਖਾਂ ਨੂੰ ਨਾ ਗੁਰੂ ਜੀ ਦੀ ਚਿੱਠੀ ਭੇਜੀ ਦਾ ਪਤਾ ਸੀ, ਨਾ ਲਾਵਾਂ ਛੱਡ ਕੇ ਆਉਣ ਤੇ ਨਾ ਰਾਤ ਵਾਲੀ ਗੱਲ ਦਾ ਪਤਾ ਸੀ। ਇਸ ਲਈ ਉਹਨਾਂ ਅੱਗੇ ਵਾਂਗ ਹੀ ਭਾਈ ਜੋਗਾ ਸਿੰਘ ਜੀ ਦਾ ਸਤਿਕਾਰ ਕੀਤਾ ਤੇ ਸੇਵਾ ਕੀਤੀ। ਲੌਡੇ ਪਹਿਰ ਦੀਵਾਨ ਲੱਗਾ ਤਾਂ ਭਾਈ ਜੋਗਾ ਸਿੰਘ ਸਤਿਗੁਰੂ ਜੀ ਦੇ ਹਜ਼ੂਰ ਪੁੱਜਾ, ਨਮਸਕਾਰ ਕੀਤੀ ਤੇ ਕਿਹਾ, ਗੁਰਦੇਵ, ਆਪ ਦੇ ਹੁਕਮ ਪੁੱਜਣ 'ਤੇ ਹੀ ਮੈਂ ਘਰੋਂ ਤੁਰ ਪਿਆ। ਵਿਆਹ ਹੋ ਰਿਹਾ ਸੀ, 2 ਲਾਵਾਂ ਅਜੇ ਰਹਿੰਦੀਆਂ ਸਨ, ਪਰ ਆਪ ਦੇ ਹੁਕਮ ਮੁਜਬ ਮੈਂ ਉਹ ਵਿੱਚੇ ਹੀ ਛੱਡ ਦਿੱਤੀਆਂ ਤੇ ਉਸੇ ਵੇਲੇ ਤੁਰ ਪਿਆ। ਠੀਕ ਹੈ ਭਾਈ ਜੋਗਾ ਸਿੰਘ, ਤੂੰ ਵੱਡਾ ਹੁਕਮੀ ਸਿੱਖ ਹੈ। ਅਸਾਂ ਵੀ ਤੇਰੇ ਨਾਲ ਬਚਨ ਕੀਤਾ ਸੀ ਭਈ ਜੇ ਤੂੰ ਸਾਡੇ ਜੋਗਾ ਹੈ ਤਾਂ ਅਸੀਂ ਤੇਰੇ ਜੋਗੇ। ਸੋ ਇਸ ਕਰਕੇ ਰਾਤ ਨੂੰ ਸਾਨੂੰ ਜਾਗਣਾ ਪਿਆ ਤੇ ਤੈਨੂੰ ਬਚਾਉਣਾ ਪਿਆ, ਨਹੀਂ ਤਾਂ ਤੂੰ ਵੇਸਵਾ ਭੋਗ ਕੇ ਨਰਕਗਾਮੀ ਤੇ ਬੇਮੁਖ ਹੋ ਜਾਣਾ ਸੀ। ਭਾਈ ਜੋਗਾ ਸਿੰਘ ਸਮਝਦਾ ਸੀ ਕਿ ਸ਼ਾਇਦ ਪੜਦਾ ਰਹਿ ਜਾਵੇ। ਭਾਵੇਂ ਉਸ ਨੂੰ ਪਹਿਰੇਦਾਰ ਦੇ ਬਚਨ ਯਾਦ ਕਰ ਕਰਕੇ ਪਛਤਾਵੇ ਤੇ ਪਛਤਾਵਾ ਹੋ ਰਿਹਾ ਸੀ, ਪਰ ਹੁਣ ਤਾਂ ਉਸ ਨੂੰ ਸਪਸ਼ਟ ਹੀ ਪਤਾ ਲੱਗ ਗਿਆ ਕਿ ਅੰਤਰਜਾਮੀ ਸਤਿਗੁਰੂ ਜੀ ਨੇ ਪਹਿਰੇਦਾਰ ਬਣ ਕੇ ਮੈਨੂੰ ਵੇਸਵਾਗਾਮੀ ਤੋਂ ਬਚਾਇਆ ਹੈ। ਉਹ ਸਤਿਗੁਰੂ ਜੀ ਦੇ ਚਰਨੀ ਲੱਗ ਗਿਆ। ਨੇਤਰਾਂ ਵਿੱਚੋਂ ਨੀਰ ਨਿਕਲ ਤੁਰਿਆ ਤੇ ਉਹ ਕਹੀ ਜਾਵੇ, ਸਤਿਗੁਰੂ ਜੀਓ ਬਖਸ਼ ਲਵੋ, ਮੈਨੂੰ ਹਉਮੈ ਨੇ ਘੇਰ ਲਿਆ ਤੇ ਮੱਤ ਮਾਰੀ ਗਈ ਸੀ, ਇਸ ਲਈ ਬਖਸ਼ੋ ਬਖਸ਼ੋ ਬਖਸ਼ੋ। ਸੰਗਤਾਂ ਹੈਰਾਨ ਹੋ ਗਈਆਂ ਕਿ ਇਹ ਕੀ ਗੱਲ ਹੋਈ, ਹੁਸ਼ਿਆਰਪੁਰ ਵਿੱਚ ਕੀ ਹੋਇਆ ਤੇ ਸਤਿਗੁਰੂ ਜੀ ਜਾਗਦੇ ਕਿਉਂ ਰਹੇ। ਸੰਗਤਾਂ ਮਨਾਂ ਵਿੱਚ ਸੋਚ ਹੀ ਰਹੀਆਂ ਸਨ ਕਿ ਗੁਰੂ ਜੀ ਨੇ ਭਾਈ ਜੋਗਾ ਸਿੰਘ ਦੀ ਕਹਾਣੀ ਨੂੰ ਜੋਗਾ ਸਿੰਘ ਤੋਂ ਹੀ ਸਭ ਨੂੰ ਸੁਣਵਾਇਆ। ਜੋਗਾ ਸਿੰਘ ਨੂੰ ਬਖਸ਼ ਕੇ ਸਤਿਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੱਤਾ ਕਿ ਇੱਕ ਘਰ ਦੀ ਨਾਰੀ ਤੋਂ ਸਿਵਾ ਸਿੱਖ ਹੋਰ ਕਿਸੇ ਪਰਾਈ ਇਸਤਰੀ ਗਮਨ ਦਾ ਖਿਆਲ ਤੱਕ ਵੀ ਮਨ ਵਿੱਚ ਨਾ ਲਿਆਵੇ। ਇਸੇ ਵਿਸ਼ੇ ਖਿਆਲਾਂ ਨੇ ਇੰਦਰ, ਚੰਦਰਮਾ ਤੇ ਰਾਵਣ ਵਰਗੇ ਛਤਰਧਾਰੀਆਂ ਤੇ ਸ਼ਿਵ ਬ੍ਰਹਮਾ ਵਰਗਿਆਂ ਦੀ ਵੀ ਪੱਤ ਰੋਲ ਦਿੱਤੀ ਤੇ ਉਹਨਾਂ ਨੂੰ ਕਲੰਕ ਲੱਗ ਗਏ। ਇਹ ਕਹਿ ਕੇ ਸਤਿਗੁਰੂ ਜੀ ਨੇ ਇਹ ਸਵਈਆ ਉਚਾਰਿਆ। ਗੁਰੂ ਜੀ ਨੇ ਕਿਹਾ, ਸਿੰਘੋ, ਸਾਡੇ ਦਰਬਾਰ ਵਿੱਚ ਦੂਰ ਦੂਰ ਤੋਂ ਆਉਂਦੀਆਂ ਸੰਗਤਾਂ ਵਿੱਚ ਜੋ ਜਵਾਨ ਤੇ ਬਿਰਧ ਇਸਤਰੀਆਂ ਆਉਂਦੇ ਹਨ, ਉਹਨਾਂ ਸਭਨਾਂ ਨੂੰ ਧੀਆਂ ਭੈਣਾਂ ਤੇ ਮਾਵਾਂ ਤੁਲ ਸਮਝੋ ਤੇ ਭੈੜੀ ਨਿਗਾਹ ਨਾਲ ਕਿਸੇ ਵੱਲ ਨਾ ਤੱਕੋ ਤੇ ਜੋ ਇਸ ਦੀਆਂ ਸਜ਼ਾਵਾਂ ਹਨ ਉਹ ਇੱਥੇ ਵੀ ਤੇ ਅੱਗੇ ਵੀ ਤੁਹਾਨੂੰ ਭੋਗਣੀਆਂ ਪੈਣਗੀਆਂ।